ਮੈਂ ਜਦੋਂ ਯੂਕੇ ਸੀਗਾ ਤਾਂ ਮੈਂ ਸਭ ਤੋਂ ਵੱਧ ਜੇ ਮਿਸ ਕਰਦਾ ਸੀ ਤਾਂ ਮੈਂ ਫਤਿਹਗੜ੍ਹ ਸਾਹਿਬ ਨੂੰ ਮਿਸ ਕਰਦਾ ਸੀ। ਉਦੋਂ ਅਹਿਮੀਅਤ ਉਦੋਂ ਮਤਲਬ ਇੱਥੇ ਨੇੜੇ ਰਹਿਣ ਦੀ ਅਹਿਮੀਅਤ ਉਹ ਉਦੋਂ ਪਤਾ ਲੱਗੀ ਵੀ ਆਪਾਂ ਜਿਹੜੀਆਂ ਚੀਜ਼ਾਂ ਦੇ ਬਹੁਤ ਨੇੜੇ ਆ ਪਰ ਆਪਾਂ ਨੇੜੇ ਹੋ ਕੇ ਕਈ ਵਾਰ ਦੂਰ ਹੁੰਦੇ ਆ ਨਾ, ਕਈ ਵਾਰ ਦੂਰ ਹੋ ਕੇ ਆਪਾਂ ਨੇੜੇ ਹੋ ਜਾਂਦੇ। ਪ੍ਰਵਾਸ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਨੇ। ਕੋਈ ਕਹਿੰਦਾ ਪ੍ਰਵਾਸ ਬਹੁਤ ਵੱਡਾ ਰੋਗ ਹੈ, ਕੋਈ ਕਹਿੰਦਾ ਯੋਗ ਆ। ਬਾਹਰ ਜਾ ਕੇ ਆਪਾਂ ਨੂੰ ਅਸਲ 'ਚ ਆਪਣੀ ਜੜ ਪਤਾ ਲੱਗਦਾ। ਜੇ ਮੈਂ ਮੇਰੀ ਗੱਲ ਕਰਾਂ, ਜਦੋਂ ਮੈਂ ਯੂਕੇ ਗਿਆ ਦੈਨ ਜੋ ਚੀਜ਼ਾਂ ਮੈਨੂੰ ਰੀਅਲਾਈਜ਼ ਹੋਈਆਂ ਮੈਂ ਵਾਪਸ ਆਇਆ। ਜਦੋਂ ਮੈਨੂੰ ਕੋਈ ਕੁਐਸਚਨ ਕਰਦਾ ਸੀ ਪੱਗ ਕਿਉਂ ਬੰਨੀ ਤਾਂ ਫੇਰ ਪਤਾ ਲੱਗਦਾ ਸੀ ਵੀ ਹੋਰ ਪੜ੍ਹਨਾ ਪੈਣਾ ਬਾਈ ਤਾਂ ਜਵਾਬ ਦੇ ਹੋਣਾ। ਜੇ ਮੈਨੂੰ ਪਤਾ ਨਹੀਂ ਮੈਂ ਪੱਗ ਕਿਉਂ ਬੰਨੀ ਆ ਤਾਂ ਮੈਂ ਕਿਸੇ ਨੂੰ ਕੀ ਕਹੂੰਗਾ। ਰੇਸਿਜ਼ਮ ਵੀ ਦੇਖਿਆ, ਬਹੁਤ ਨੇੜੇ ਤੋਂ ਦੇਖਿਆ। ਗੋਰੇ ਸੀਗੇ, ਟੀਨੇਜਰ ਦੇ ਸੀਗੇ, ਕਿਉਂਕਿ ਟੀਨੇਜਰ ਏਜ ਇੱਦਾਂ ਦੀ ਆ, ਕੋਈ ਵੀ ਆ ਉਹਨੂੰ ਇੰਨਾ ਨਹੀਂ ਪਤਾ। ਤੇ ਮੈਨੂੰ ਦੇਖ ਕੇ ਜਿਵੇਂ ਥੋੜੇ ਜਿਹੇ ਬੁੱਲੀ ਬਣ ਰਹੇ ਸੀਗੇ, ਉਹ ਕਰ ਰਹੇ ਸੀ, ਮੈਂ ਦੇਖਿਆ। ਜੋ ਤੁਸੀਂ ਹਿੱਟ ਹੋਏ, ਜੋ ਤੁਹਾਨੂੰ ਦੁਨੀਆ ਜਾਣਨ ਲੱਗ ਗਈ, ਕਦੇ ਸ਼ੌਹਰਤ ਚੜੀ ਦਿਮਾਗ ਨੂੰ? ਮੇਰੀਆਂ ਜਗ੍ਹਾ ਨਹੀਂ ਬਦਲੀਆਂ, ਮੇਰੇ ਬੰਦੇ ਨਹੀਂ ਬਦਲੇ। ਜੇ ਮੇਰੀਆਂ ਥਾਵਾਂ ਬਦਲਦੀਆਂ, ਮੇਰੇ ਰਹਿਣ ਦੇ ਤੌਰ ਤਰੀਕੇ ਬਦਲਦੇ, ਤਾਂ ਹੀ ਮੈਂ ਹਜੇ ਤੱਕ ਵੀ ਅਮਲੋਏ ਆ। ਕਦੇ ਕਿਸੇ ਦੋਸਤ ਨੇ ਕਿਹਾ ਤਸੀਮ ਜਸੜ ਬਦਲ ਗਿਆ? ਜਿਹੜੇ ਦੋਸਤ ਨੇ ਉਹ ਇੱਥੇ ਹੀ ਨੇ, ਉਹ ਉਦੋਂ ਦੇ ਇੱਥੇ ਹੀ। ਕਦੇ ਕਿਸੇ ਦੋਸਤ ਨੇ ਦਾਰੂ ਪੀ ਕੇ ਗਾਲਾਂ ਕੱਢੀਆਂ ਨਹੀਂ ਗਈਆਂ? ਦਾਰੂ ਪੀ ਕੇ ਬੋਲੇ ਦਿੰਦੇ ਵੱਧ ਘੱਟ ਤਾਂ ਫਿਰ ਨਾ। ਪਹਿਲਾ ਇਸ਼ਕ ਸਕੂਲ 'ਚ ਹੋਇਆ ਜਾਂ ਕਾਲਜ 'ਚ ਹੋਇਆ? ਇਸ਼ਕ ਵਾਲਾ ਤਾਂ ਮਾਹੌਲ ਬਣਿਆ ਹੀ ਨਹੀਂ ਕਦੇ। ਉਹ ਟਾਈਮ ਇੰਨਾ ਈਜ਼ੀ ਨਹੀਂ ਸੀ ਹੁੰਦਾ ਵੀ ਤੁਸੀਂ ਜਾ ਕੇ ਸਿੱਧਾ ਹੀ ਕੁੜੀ ਨੂੰ ਪੁੱਛ ਲਓ ਜਾਂ ਅਪਰੋਚ ਕਰੋ ਜਾਂ ਇਹ ਚੀਜ਼ਾਂ ਹੋਣ। ਉਦੋਂ ਆਪਣੇ ਦਿਮਾਗ ਹੋਰ ਤਰੀਕੇ ਨਾਲ ਕੰਮ ਕਰਦੇ ਸੀ, ਅੱਜ ਦੀ ਜਨਰੇਸ਼ਨ ਦੇ ਹੋਰ ਤਰੀਕੇ ਨਾਲ ਕਰਦੇ। ਇੰਨਾ ਕੁਝ ਪਾ ਕੇ ਜ਼ਿੰਦਗੀ 'ਚ ਕੁਝ ਮਿਸ ਕਰ ਦਿੰਦੇ? ਤੁਹਾਨੂੰ ਲੱਗਦਾ ਕੁਝ ਮਿਸ ਹੋ ਗਿਆ ਪਿੱਛੇ? ਮਿਸ ਤਾਂ ਉਹੀ ਕਰਦੇ ਆ ਕਾਲਜ ਲਾਈਫ, ਉਹ ਮਿਸ ਕਰਦੇ। ਹਿਸਟਰੀ ਦੇ ਵੱਡੇ ਵੱਡੇ ਕਿਰਦਾਰ ਸਿਕੰਦਰ ਵਰਗਿਆਂ ਕੋਲ ਕੁਝ ਨਹੀਂ ਰਿਹਾ, ਖਾਲੀ ਹੱਥ ਚਲੇ ਗਏ। ਕਦੇ ਡਰ ਲੱਗਦਾ ਜੋ ਸਾਰਾ ਕੁਝ ਬਣਿਆਗਾ ਨਾ ਰਹੇ, ਫਿਰ ਤਰਸੇਮ ਜੱਸੜ ਕੀ ਹੋਊਗਾ? ਉਹਦੇ ਹੁਕਮ 'ਚ ਹੋਊਗਾ। ਕੁਛ ਨਹੀਂ ਹੋਊਗਾ ਤਾਂ ਵੀ ਉਹਦੇ ਹੁਕਮ 'ਚ ਹੋਊਗਾ, ਕੁਛ ਨਹੀਂ ਹੋਊਗਾ ਤਾਂ ਉਹ ਉਹਦੇ ਜ਼ਿਆਦਾ ਨੇੜੇ ਹੋਊਗਾ। ਤੇ ਉਹਦੇ ਨੇੜੇ ਜਾਣਾ ਕਦੇ ਮਾੜਾ ਨਹੀਂ ਹੁੰਦਾ, ਉਹਦੇ ਨੇੜੇ ਜਾਣਾ ਹਮੇਸ਼ਾ ਚੰਗਾ ਹੀ ਹੈ। ਜ਼ਿੰਦਗੀ ਦੀ ਕੋਈ ਇਹੋ ਜਿਹੀ ਗੱਲ ਜਿੱਦਣ ਸਭ ਤੋਂ ਵੱਧ ਦੁੱਖ ਹੋਇਆ ਹੋਵੇ, ਕਿਸੇ ਗੱਲ ਤੋਂ ਦੁਖੀ ਹੋਏ ਹੋਵੋ, ਕੋਈ ਵੀ ਗੱਲ ਹੋਵੇ ਜ਼ਿੰਦਗੀ ਦੀ, ਉਹ ਜਿੱਦਣ ਤੁਹਾਨੂੰ ਇੱਕ ਗੱਲ ਪੂਰੇ ਇਸ ਪੇਜ 'ਚ ਦਿਖਦੀ ਹੈ? ਬੰਦੇ ਲਈ ਇਹ ਮੁੱਢ ਕਦੀਮ ਦਾ ਸਵਾਲ ਰਿਹਾ ਹੈ, ਹੂ ਐਮ ਆਈ? ਮੈਂ ਕੌਣ ਆ? ਮੈਂ ਕਿੱਥੋਂ ਆਇਆ? ਮੈਂ ਕਿੱਥੇ ਜਾਣਾ? ਬੰਦਾ ਦੁਨੀਆ ਬਾਰੇ ਵੀ ਇਹ ਸਮਝਦਾ ਰਿਹਾ ਦੁਨੀਆ ਕੀ ਹੈ, ਤੇ ਆਪਣੇ ਬਾਰੇ ਵੀ। ਪਰ ਇਹ ਬਹੁਤ ਵੱਡੀ ਇਲੂਜ਼ਨ ਆ, ਬਹੁਤ ਵੱਡਾ ਭਰਮ। ਕਈ ਵਾਰ ਆਪਣੇ ਬਾਰੇ ਵੀ ਪਾਲਦਾ ਬੰਦਾ ਤੇ ਦੁਨੀਆ ਬਾਰੇ ਵੀ ਪਾਲਦਾ, ਕਿਉਂਕਿ ਇਹ ਅਕਸਰ ਸਵਾਲ ਆਉਂਦਾ ਹੈ, ਕੋਈ ਅੰਤਮ ਸੱਚ ਹੁੰਦਾ ਹੈ। ਬੰਦਾ ਜਿੱਥੇ ਖੜਾ ਹੁੰਦਾ ਉਹਨੂੰ ਲੱਗਦਾ ਹੈ ਇਹ ਅੰਤਮ ਸੱਚ ਹੈ। ਬੰਦਾ ਜਿਸ ਰੰਗ 'ਚ ਰੰਗਿਆ ਹੁੰਦਾ ਉਹਨੂੰ ਲੱਗਦਾ ਹੈ ਇਹੀ ਰੰਗ ਆਖਰੀ ਰੰਗ ਹੈ। ਬੰਦਾ ਜਿਵੇਂ ਜਿਉਂ ਰਿਹਾ ਹੁੰਦਾ ਉਹਨੂੰ ਲੱਗਦਾ ਹੈ ਜ਼ਿੰਦਗੀ ਆਈ ਹੈ, ਜਦੋਂ ਕਿ ਨਾ ਜ਼ਿੰਦਗੀ ਉਵੇਂ ਹੁੰਦੀ ਹੈ ਨਾ ਦੁਨੀਆ ਉਵੇਂ ਹੁੰਦੀ ਹੈ। ਇਸੇ ਕਰਕੇ ਇਹ ਕਿਹਾ ਜਾਂਦਾ ਹੈ ਇਹ ਬੰਦਾ ਕੀ ਹੁੰਦਾ ਹੈ। ਅਸੀਂ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹਾਂ? ਕਿਉਂਕਿ ਬਹੁਤ ਸਾਰੀਆਂ ਜ਼ਿੰਦਗੀਆਂ ਫਰੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰੋ ਜ਼ਿੰਦਗੀ 'ਤੇ। ਅਸੀਂ ਅੱਜ ਸਾਡੇ ਨਾਲ ਤਰਸੇਮ ਜੱਸੜ ਨੇ, ਗੱਲਬਾਤ ਕਰਾਂਗੇ ਉਹਨਾਂ ਨਾਲ। ਉਹਨਾਂ ਲਈ ਜ਼ਿੰਦਗੀ ਦੇ ਮਾਅਨੇ ਕੀ ਨੇ, ਇਹ ਬੰਦਾ ਕੀ ਹੁੰਦਾ, ਇਹ ਤਰਸੇਮ ਜੱਸੜ ਕੌਣ ਹੈ? ਸਵਾਗਤ ਹੈ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤਰਸੇਮ ਜੱਸੜ ਕੌਣ ਹੈ? ਜ਼ਿੰਦਗੀ ਕੀ ਆ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਂ ਤਰਸੇਮ ਜੱਸੜ ਕੀ ਆ ਮੈਂ ਦੱਸ ਦਿੰਦਾ। ਤਰਸੇਮ ਜੱਸੜ ਮੈਂ ਤਾਂ ਇੱਕ ਇਹ ਕਹਿ ਸਕਦੇ ਹਾਂ ਆਪਾਂ ਬੇਸਿਕਲੀ ਤਾਂ ਸਾਰੇ ਮਿੱਟੀ ਦੇ ਤੇ 5 ਤੱਤਾਂ ਦਾ ਮਿਸ਼ਰਣ ਆ ਬੰਦਾ। ਉਹ ਤੋਂ ਬਾਅਦ ਆਪਣੀ ਕਹਾਣੀ ਸ਼ੁਰੂ ਹੁੰਦੀ, ਜਦੋਂ ਉਹ ਮਿਸ਼ਰਣ ਬਣਦਾ ਉਹ ਤੋਂ ਬਾਅਦ ਕਹਾਣੀ ਕੀ ਆ ਵੀ ਆਪਾਂ ਕਿੱਥੇ ਆ ਤੇ ਕਿਉਂ ਆ। ਸਭ ਤੋਂ ਪਹਿਲਾਂ ਮੈਂ ਜਿੱਥੇ ਜੰਮਿਆ ਤਾਂ ਮੈਂ ਉੱਥੇ ਕਿਉਂ ਜੰਮਿਆ। ਹਰੇਕ ਦਾ
ਜਿਹੜਾ ਜਿੱਥੇ ਜੰਮਿਆ ਉਹ ਉੱਥੇ ਕਿਉਂ ਜੰਮਿਆ। ਉਹ ਤੋਂ ਬਾਅਦ ਉਹ ਉੱਥੇ ਜੰਮ ਕੇ ਜੋ ਉਹਨੂੰ ਮਿਲਿਆ, ਜਿੱਥੇ ਉਹਦੀ ਜੜ, ਜਿੱਥੋਂ ਉਹਦਾ ਜਿਹੜੀ ਬਲੱਡ ਲਾਈਨ ਤੁਰ ਰਹੀ ਆ, ਉਹਨੂੰ ਕਿਵੇਂ ਕੈਰੀ ਕਰ ਰਿਹਾ। ਉਹ ਤੋਂ ਬਾਅਦ ਉਹ ਅੱਗੇ ਜਿਹੜੇ ਟਾਰਗੇਟਸ ਨੇ ਉਹਦੇ ਕੀ ਨੇ ਤੇ ਉਹਦਾ ਮੰਤਵ ਕੀ ਆ। ਜੇ ਉਹਨੂੰ ਸੁਸਾਇਟੀ ਨੇ ਕੁਝ ਦਿੱਤਾ ਤਾਂ ਉਹ ਕੀ ਵਾਪਸ ਕਰ ਰਿਹਾ, ਮੈਨੂੰ ਇਹ ਲੱਗਦਾ। ਤੁਹਾਨੂੰ ਲੱਗਦਾ ਹੈ ਕੋਈ ਜੋ ਤੁਹਾਡੇ ਆਲੇ ਦੁਆਲੇ ਕਹਿੰਦੇ ਨੇ ਟਾਈਮ ਤੇ ਸਪੇਸ, ਦੋ ਚੀਜ਼ਾਂ ਦੁਨੀਆ ਦੀਆਂ ਵੱਡੀਆਂ ਚੀਜ਼ਾਂ ਨੇ, ਜਿਹ 'ਚ ਖੜ ਕੇ ਬੰਦੇ ਨੂੰ ਲੱਗਦਾ ਗਾ ਕਿ ਸ਼ਾਇਦ ਜੋ ਤੁਹਾਡੇ ਆਲੇ ਦੁਆਲੇ ਘਟ ਰਿਹਾ ਹੁੰਦਾ, ਤੁਹਾਨੂੰ ਲੱਗਦਾ ਉਹੀ ਅੰਤਿਮ ਸੱਚ ਹੈਗਾ, ਜੋ ਤਰਸੇਮ ਜੱਸੜ ਹੋਣਾ ਇਹੀ ਅੰਤਿਮ ਸੱਚ? ਨਹੀਂ, ਇਹ ਨਹੀਂ ਹੈਗਾ, ਕਦੇ ਵੀ ਨਹੀਂ ਹੁੰਦਾ। ਇਹ ਇਦਾਂ ਦੀ ਚੀਜ਼ ਆ, ਜੇ ਆਪਾਂ ਹੁਣ ਜਦੋਂ ਗੁਰਬਾਣੀ ਪੜ੍ਹਦੇ ਹਾਂ, ਜੇ ਬੰਦਾ ਇਕੱਲਾ ਜਪਜੀ ਸਾਹਿਬ ਵੀ ਪੜ੍ਹਦਾ ਨਾ, ਤਾਂ ਉਹਦੇ ਵਿੱਚ ਵੀ ਉਹਨੂੰ ਸਭ ਤੋਂ ਪਹਿਲਾਂ, ਜੇ ਪਹਿਲੀਆਂ 5 ਤੁਕਾਂ ਦਾ ਵੀ ਆਪਾਂ ਗੱਲ ਕਰੀਏ, ਪੜ੍ਹਨ ਤੇ ਸਮਝਣ ਲੱਗਦਾ, ਤਾਂ ਮੈਨੂੰ ਲੱਗਦਾ ਵੀ ਸਮਝ ਇਹੀ ਆਉਂਦੀ ਆ ਵੀ ਤੁਹਾਨੂੰ ਸਮਝ ਨਹੀਂ ਆਉਣੀ। ਜੇ ਕਹਾਣੀ ਦੀ ਗੱਲ ਕਰੀਏ, ਖੇਡ ਕੀ ਚੱਲ ਰਹੀ ਆ, ਤੁਸੀਂ ਕੀ ਹੋ, ਇਹ ਬਿਲਕੁਲ ਸਹੀ ਗੱਲ ਹੈ। ਇੱਕ ਇਲੂਜ਼ਨ ਆ, ਜੋ ਆਪਾਂ ਜਿਉ ਰਹੇ ਹਾਂ ਉਹ ਇੱਕ ਸੁਪਨਾ, ਇੱਕ ਸੁਪਨੇ ਦੀ ਜ਼ਿੰਦਗੀ ਆ, ਜਿੱਥੇ ਜਿਹੜਾ ਬੰਦਾ ਜਿਉ ਰਿਹਾ ਉਹਨੂੰ ਇੱਕ ਸੁਪਨਾ, ਤੇ ਜਿੰਨੀ ਉਹਨੇ ਦੇਖ ਲਈ ਉਹਨੂੰ ਲੱਗਦਾ ਇਹੀ ਦੁਨੀਆ। ਜਦ ਤੱਕ ਆਪਾਂ ਇਕੱਲੇ ਪਿੰਡ 'ਚ ਬੈਠੇ ਸੀ, ਆਪਾਂ ਨੂੰ ਲੱਗਦਾ ਸੀ ਇਹੀ ਦੁਨੀਆ। ਜਦੋਂ ਪਿੰਡ 'ਚੋਂ ਨਿਕਲ ਕੇ ਆਪਾਂ ਪੜ੍ਹਨ ਲੱਗੇ ਤਾਂ ਆਪਾਂ ਨੂੰ ਹੋਰ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਮਿਲੇ, ਆਪਾਂ ਨੂੰ ਲੱਗਿਆ ਹਾਂ ਇਹ ਦੁਨੀਆ। ਫਿਰ ਦੇਸ਼ ਛੱਡਿਆ, ਫਿਰ ਪਤਾ ਲੱਗਿਆ ਇਹ ਵੀ ਦੁਨੀਆ। ਫਿਰ ਜਿੰਨਾ ਜਾਣੀ ਜਾਂਦੇ ਆ ਓਨਾ ਆਪਾਂ ਨੂੰ ਇਹ ਲੱਗੀ ਜਾਂਦਾ ਵੀ ਹਜੇ ਹੋਰ ਬਹੁਤ ਪਤਾ ਕਰਨ ਦੀ ਲੋੜ ਆ। ਉੱਦਾਂ ਦੇ ਬੰਦਿਆਂ ਨੂੰ ਮਿਲੀ ਜਾਂਦੇ ਆ ਜਿਹੜੇ ਤੁਹਾਡੇ ਨਾਲੋਂ ਜ਼ਿਆਦਾ ਉੱਚਾ ਸੋਚਦੇ ਆ, ਜਿਹੜੇ ਤੁਹਾਡੇ ਨਾਲੋਂ ਜ਼ਿਆਦਾ ਗੰਭੀਰ ਨੇ, ਜਿਹੜੇ ਤੁਹਾਡੇ ਨਾਲੋਂ ਜ਼ਿਆਦਾ ਜਿਨ੍ਹਾਂ ਨੂੰ ਪਤਾ। ਤਾਂ ਇਹ ਲੱਗਦਾ ਵੀ ਨਹੀਂ, ਹਜੇ ਕੁਝ ਨਹੀਂ ਪਤਾ। ਪ੍ਰਵਾਸ 'ਚ ਵੀ ਰਹੇ ਤੁਸੀਂ, ਪ੍ਰਵਾਸ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਨੇ। ਕੋਈ ਕਹਿੰਦਾ ਪ੍ਰਵਾਸ ਬਹੁਤ ਵੱਡਾ ਰੋਗ ਹੈ, ਕੋਈ ਮੈਂ ਕਹਿੰਦਾ ਯੋਗ ਹੈ। ਕੋਈ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਕਿ ਪ੍ਰਵਾਸ ਤੇ ਦੁਨੀਆ ਨੂੰ, ਗੁਰੂ ਨਾਨਕ ਸਾਹਿਬ ਜਦੋਂ ਨਿਕਲੇ ਉਦਾਸੀਆਂ ਕਰਨ, ਤੇ ਫਿਰ ਆ ਕੇ ਕਰਤਾਰਪੁਰ ਸਾਹਿਬ ਸਾਡੇ ਸਾਹਮਣੇ। ਉਹੀ ਜੇ ਹੁਣ ਆਪਾਂ ਦੇਖੀਏ ਤਾਂ ਮਹਾਰਾਜ ਨੇ ਵੀ ਉਦਾਸੀਆਂ ਕੀਤੀਆਂ। ਉਹਨਾਂ ਨੇ ਸਾਰਾ ਪਹਿਲਾਂ ਬੈਠਿਆਂ ਨੇ ਸਾਰਾ ਦੇਖ ਲਿਆ, ਉਹ ਤੁਰ ਫਿਰ ਕੇ ਦੇਖਿਆ ਤਾਂ ਉਹ ਦਿਖਾਇਆ। ਆਪ ਕਿੰਨਾ ਦੇਖ ਲਿਆ ਉਹ ਪਤਾ ਲੱਗ ਗਿਆ, ਅਗਾਸਾ ਅਗਾਸ ਲੱਖ ਪਤਾਲਾ ਪਤਾਲ, ਉਹ ਲੱਗ ਗਿਆ ਪਤਾ। ਉਦਾਸੀਆਂ ਕਰਕੇ ਉਹਨਾਂ ਨੇ ਦਿਖਾਇਆ, ਜਿਹੜੇ ਜਿੱਥੇ ਜਿੱਥੇ ਬੈਠੇ ਸੀ ਉੱਥੇ ਦਿਖਾਇਆ। ਮੈਂ ਅਕਸਰ ਸ਼ੋਆਂ ਤੇ ਗੱਲ ਮਤਲਬ ਕਹਿ ਹੋ ਜਾਂਦੀ ਆ, ਚਾਹੇ ਹੁਣ ਵੈਡਿੰਗ ਸ਼ੋਅ ਸੀਗੇ ਉਹਨਾਂ ਦੇ ਵਿੱਚ ਵੀ, ਹੁਣ ਰੀਸੈਂਟਲੀ ਸੋਹਣੇ ਸੀਜ਼ਨ ਲੰਘਿਆ ਕਹਿ ਲਓ, ਤਾਂ ਕੁਦਰਤੀ ਕਿਤੇ ਗੱਲ ਆ ਜਾਂਦੀ ਜਿੱਥੇ ਕੋਈ NRI ਕਹਿੰਦੇ ਨੇ ਨਾ, ਹਰੇਕ ਵਿਆਹ 'ਚ ਹੁੰਦੇ। ਤਾਂ ਮੈਨੂੰ ਲੱਗਦਾ ਹੁੰਦਾ, ਇੱਕ ਮੈਂ ਸਾਖੀ ਸੁਣਦਾ ਹੁੰਦਾ ਸੀ ਫਾਦਰ ਸਾਹਿਬ ਤੋਂ, ਛੋਟਾ ਹੁੰਦੇ ਨੂੰ ਸੁਣਾਉਂਦੇ ਹੁੰਦੇ ਸੀ ਉਹ, ਤੇ ਉਹ ਕਹਿੰਦੇ ਸੀ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ, ਮਰਦਾਨਾ ਜੀ ਸਾਰੇ ਇਹ ਗਏ ਇੱਕ ਪਿੰਡ 'ਚ, ਜਿੱਥੇ ਪਿੰਡ ਵਾਲਿਆਂ ਨੇ ਮਤਲਬ ਉਹਨਾਂ ਨੂੰ ਜੋ ਪਿਆਰ ਸਤਿਕਾਰ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਪਤਾ ਨਹੀਂ ਸੀ, ਉਹਨਾਂ ਦੀ ਬਿਰਤੀ ਨਹੀਂ ਸੀ, ਉਹਨਾਂ ਨੂੰ ਨਹੀਂ ਦਿੱਤਾ ਉਹਨਾਂ ਨੇ। ਮਹਾਰਾਜ ਨੇ ਜਾਂਦੇ ਹੋਏ ਨੇ ਕਿਹਾ ਭਾਈ ਵਸਦੇ ਰਹੋ। ਆ ਗਏ, ਅਗਲੇ ਪਿੰਡ ਗਏ, ਅਗਲੇ ਪਿੰਡ ਵਾਲਿਆਂ ਨੇ ਮਹਾਰਾਜ ਨੂੰ ਜਿੰਨਾ ਚਾਹੀਦਾ ਸੀ ਸਤਿਕਾਰ, ਉਸ ਤੋਂ ਵੀ ਜ਼ਿਆਦਾ ਤਾਂ ਕੋਈ ਦੇ ਨਹੀਂ ਸਕਦਾ, ਜਿੰਨਾ ਚਾਹੀਦਾ ਸੀ ਸਤਿਕਾਰ, ਉਹਨਾਂ ਨੇ ਮਹਾਰਾਜ ਨੂੰ ਸਤਿਕਾਰ ਦਿੱਤਾ। ਉਹਨਾਂ ਨੇ ਸਮਝਿਆ, ਰੂਹ ਸਮਝੀ, ਮਹਾਰਾਜ ਦੀ ਸੇਵਾ ਕੀਤੀ। ਮਹਾਰਾਜ ਕਹਿੰਦੇ ਭਾਈ ਉੱਜੜ ਜਾਓ। ਮਰਦਾਨਾ ਜੀ ਕਹਿੰਦੇ ਵੀ ਮਹਾਰਾਜ ਤੁਸੀਂ ਇੰਨੇ ਚੰਗੇ ਬੰਦੇ, ਇੰਨਾ ਚੰਗਾ ਪਿੰਡ, ਤੁਸੀਂ ਕਹਿੰਦੇ ਉੱਜੜ ਜਾਓ, ਵੀ ਇਹ ਕੀ ਕਾਰਨ? ਮਹਾਰਾਜ ਕਹਿੰਦੇ ਭਾਈ ਇਹ ਚੰਗੇ ਆ, ਜਿੱਥੇ ਵੀ ਜਾਣਗੇ ਚੰਗਾ ਬੀਜ ਲਾਉਣਗੇ। ਉੱਦਾਂ ਹੀ ਆ ਜਿਹੜਾ ਪ੍ਰਵਾਸ ਆ, ਇਹ ਬਾਹਰ ਜਾ ਕੇ ਆਪਾਂ ਨੂੰ ਅਸਲ 'ਚ ਆਪਣੀ ਜੜ ਪਤਾ ਲੱਗਦੀ। ਜੇ ਮੈਂ ਮੇਰੀ ਗੱਲ ਕਰਾਂ, ਜਦੋਂ ਮੈਂ UK ਗਿਆ, ਦੈਨ ਜੋ ਚੀਜ਼ਾਂ ਮੈਨੂੰ ਰੀਅਲਾਈਜ਼ ਹੋਈਆਂ, ਮੈਂ ਵਾਪਸ ਆਇਆ। ਯਾਨੀ ਜਿੰਨਾ ਪੰਜਾਬ ਤੁਹਾਨੂੰ ਜ਼ਿਆਦਾ ਸਮਝ ਆਉਣ ਲੱਗ ਗਿਆ ਉਦੋਂ ਬਾਅਦ, ਮਤਲਬ ਪੰਜਾਬ ਜਦੋਂ ਕਈ ਵਾਰ ਹੁੰਦਾ ਜਦੋਂ ਤੁਸੀਂ ਡੀਅਟੈਚ ਹੁੰਦੇ ਹੋ ਚੀਜ਼ਾਂ ਤੇ, ਉਹਦੀ ਜਿੰਨਾ ਦੂਰ ਹੁੰਦੇ ਹੋ ਦੂਰੋਂ ਜ਼ਿਆਦਾ ਸਮਝ ਆਉਂਦੀਆਂ ਨੇ, ਵੈਲਿਊ ਜ਼ਿਆਦਾ ਪਤਾ ਲੱਗਦਾ। ਮਤਲਬ ਸਮਝ ਆਉਣਾ ਤਾਂ ਆਪਣੀ ਸਮਝ ਤੱਕ ਦੇ ਸਾਰੀ ਚੀਜ਼ਾਂ ਸਮਝ ਹੀ ਨਹੀਂ ਆ ਸਕਦੀਆਂ, ਵੈਲਿਊ ਉਦੋਂ ਪਤਾ ਲੱਗਦੀ। ਹੁਣ ਜੇ ਆਪਾਂ ਇੱਦਾਂ ਵੀ ਗੱਲ ਕਰੀਏ, ਹੁਣ ਰੀਸੈਂਟ ਕੋਈ ਵੀ ਇਸ਼ੂ ਹੋਵੇ ਪੰਜਾਬ ਦਾ, ਤਾਂ ਸਮਟਾਈਮ ਤੁਸੀਂ ਨੋਟ ਕਰਿਓ ਆਪਣੇ, ਹੁਣ ਤੁਸੀਂ ਤਾਂ ਇਹ ਕੰਮ ਦੇ ਵਿੱਚ ਪੂਰੇ ਨਿਪੁੰਨ ਹੋ, ਤੁਹਾਨੂੰ ਹਰੇਕ ਖਬਰ, ਹਰੇਕ ਚੀਜ਼ ਪਤਾ, ਇੱਕ ਆਮ ਬੰਦੇ ਨੂੰ ਨਹੀਂ ਪਤਾ। ਹੁਣ ਸਾਡੇ ਵਰਗਿਆਂ ਨੂੰ ਕਈ ਵਾਰ ਬਾਹਰੋਂ ਫੋਨ ਆਉਂਦਾ, ਬਾਈ ਇੱਥੇ ਆਹ ਹੋ ਗਿਆ ਯਾਰ, ਤੁਹਾਨੂੰ ਪਤਾ, ਹੈਰਾਨ ਹੋਈਦਾ। ਬਾਹਰਲਿਆਂ ਨੂੰ ਉਹ ਚੀਜ਼ ਆਪਣੇ ਨਾਲ ਤੇਜ਼ ਪਤਾ ਲੱਗਦੀ, ਕਿਉਂ? ਉਹਨਾਂ ਦਾ ਧਿਆਨ ਉੱਥੇ ਬੈਠਿਆਂ ਦਾ ਵੀ ਪੰਜਾਬ 'ਚ, ਧਿਆਨ ਉਹਨਾਂ ਦਾ ਇੱਥੇ ਹੀ ਆ, ਧਿਆਨ ਇੱਥੇ ਹੀ ਆ। ਇੱਥੇ ਆਪਣੇ ਭਰਾ 'ਚ ਧਿਆਨ, ਇੱਥੇ ਆਪਣੀ ਭੈਣ 'ਚ ਧਿਆਨ, ਇੱਥੇ ਆਪਣੇ ਰਿਸ਼ਤਿਆਂ 'ਚ ਧਿਆਨ, ਇੱਥੇ ਆਪਣੇ ਪਿੰਡ 'ਚ ਧਿਆਨ। ਕਿੰਨੇ ਪਿੰਡ ਨੇ ਜਿਹੜੇ NRIਆਂ ਨੇ ਆਪਣੇ ਪਿੰਡਾਂ ਨੂੰ ਕਿਵੇਂ ਸੰਵਾਰ ਲਿਆ, ਜਿਹੜੀਆਂ ਚੀਜ਼ਾਂ ਸਰਕਾਰਾਂ ਨਹੀਂ ਕਰ ਸਕੀਆਂ ਉਹਨਾਂ ਨੇ ਜੋੜ ਕੇ ਕਰ ਲਿਆ। ਤਾਂ ਕਰਕੇ ਮੈਂ ਕਹਿੰਦਾ ਪ੍ਰਵਾਸ ਇੱਕ ਯੋਗ ਆ,
ਉੱਥੇ ਜਾ ਕੇ ਤੁਸੀਂ ਆਪਣੇ ਆਪ ਦਾ ਧਿਆਨ ਕਰਦੇ ਹੋ। ਜਦੋਂ ਬੰਦਾ ਇਕੱਲਾ ਹੁੰਦਾ, ਜਦੋਂ ਮੈਂ ਆਪਣੇ ਤੇ ਲਾਵਾਂ ਤਾਂ ਜਦੋਂ ਮੈਂ ਬਾਹਰ ਗਿਆ ਤਾਂ ਮੈਂ ਉਦੋਂ ਆਪਣੇ ਆਪ ਦਾ ਮੁਲਾਂਕਣ ਕੀਤਾ। ਤਾਂ ਸੈਲਫ ਐਨਾਲਾਈਜ਼ ਜੇ ਆਪਾਂ ਕਹਿ ਦਈਏ ਬੰਦਾ ਬਾਹਰ ਜਾ ਕੇ ਕਰਦਾ। ਇੱਧਰ ਸਰਾਊਂਡਿੰਗ ਇੰਨੀ, ਇੱਧਰ ਤੁਹਾਨੂੰ ਕੰਫਰਟ ਜ਼ੋਨ ਇੰਨਾ, ਕੰਫਰਟ ਜ਼ੋਨ ਛੱਡੋਗੇ ਤਾਂ ਵੈਲਿਊ ਪਤਾ ਲੱਗੂ। ਪਹਿਲੀ ਵਾਰ ਕਦੋਂ ਐ ਲੱਗਿਆ ਕਿ ਤੁਹਾਡੇ 'ਚ ਕੋਈ ਕਲਾਕਾਰ ਹੈਗਾ? ਕਲਾਕਾਰ ਤਾਂ ਮੈਨੂੰ ਚੌਥੀ 'ਚ, ਮਤਲਬ ਮੈਂ ਜਿਹੜਾ ਲਿਖਦਾ ਸੀ ਮੈਂ ਚੌਥੀ ਤੋਂ ਲਿਖਦਾ। ਲਿਖਣਾ ਮੇਰੇ ਘੁੱਗੂ ਕਾਂਗੜੇ ਉਦੋਂ ਤੋਂ ਸਟਾਰਟ ਨੇ। ਪਰ ਜਿਹੜਾ ਐਕਚੁਅਲ ਮੈਂ ਕਹਿ ਲਵਾਂ, ਮੈਂ ਆਪਣੇ ਆਪ ਦੀ ਵੈਲਿਊ ਵੀ ਬਾਹਰ ਜਾ ਕੇ ਹੀ ਪਾਈ ਆ। ਉਦੋਂ ਤੱਕ ਜੋ ਮੈਂ ਪੋਇਟਰੀ ਲਿਖੀ ਆ, ਮੇਰੇ ਕੋਲ ਸਾਰੀਆਂ ਡਾਇਰੀਆਂ ਉੱਦਾਂ ਹੀ ਪਈਆਂ। ਪਰ ਉਦੋਂ ਤੱਕ ਮੈਂ ਕੁਝ ਨਹੀਂ ਸੋਚਿਆ ਮੈਂ ਕੀ ਕਰਨਾ। ਪਤਾ ਹੀ ਨਹੀਂ ਸੀ ਵੀ ਇਹ ਚੀਜ਼ ਨੂੰ, ਮੈਂ ਜਿਹੜੀ ਚੀਜ਼ ਪ੍ਰਮਾਤਮਾ ਨੇ ਦਿੱਤੀ ਆ ਉਹਨੂੰ ਅੱਗੇ ਕੀ ਕਰਨਾ। ਉੱਥੇ ਜਾ ਕੇ ਜੋ ਲਿਖਿਆ, ਉੱਥੇ ਜਾ ਕੇ ਜੋ ਚੀਜ਼ਾਂ ਹੋਈਆਂ, ਫਿਰ ਦਿਮਾਗ 'ਚ ਆਈਆਂ ਵੀ ਯਾਰ ਇਹ ਚੀਜ਼ ਨਾ ਕਰਨੀ ਆ। ਫਿਰ ਜਦੋਂ ਵਾਪਸ ਆਇਆ ਤਾਂ ਉਹ ਚੀਜ਼ ਕੀਤੀ। ਉੱਥੇ ਮੈਂ ਇਹ ਕਹਿ ਸਕਦਾ ਵੀ ਕਿਉਂਕਿ ਮੈਂ ਛੋਟਾ ਹੁੰਦਾ ਕਵਿਸ਼ਰੀ ਗਾਉਂਦੇ ਰਹੇ ਹਾਂ ਅਸੀਂ। ਸਟੇਜ 'ਤੇ ਜਿਹੜਾ ਛੋਟਾ ਮੋਟਾ ਸਕੂਲਾਂ 'ਚ ਨਾਟਕ ਹੁੰਦੇ ਸਾਡੇ ਸਕੂਲ 'ਚ ਉਹ ਵੀ ਕਰਦੇ ਰਹੇ ਹਾਂ, ਜਿਵੇਂ ਰੋਲ ਪਲੇ ਕਰ ਲਿਆ ਕੋਈ। ਕਵਿਸ਼ਰੀ ਸਾਡੀ 2 ਸਾਲ ਪੰਜਾਬ 'ਚ ਫਸਟ ਆਉਂਦੀ ਰਹੀ। ਅਸੀਂ ਕਵਿਸ਼ਰੀ ਗਾਉਂਦੇ ਸੀ, 3 ਮੁੰਡੇ ਹੁੰਦੇ ਸੀ ਸਾਡੇ ਸਕੂਲ 'ਚ। ਇੰਟਰਸਟ ਜਿਹੜਾ ਸਕੂਲ ਦਾ ਕੰਪੀਟੀਸ਼ਨ ਹੁੰਦਾ ਸਟੇਟ ਦਾ, ਉਹ 'ਚ ਅਸੀਂ 2 ਸਾਲ ਲਗਾਤਾਰ ਹੀ ਫਸਟ ਆਏ। ਬਾਅਦ 'ਚ ਮੈਂ ਫਿਰ ਛੱਡ ਗਿਆ, ਮਤਲਬ ਗਾਇਆ ਹੀ ਨਹੀਂ, ਨਾ ਅਭਿਆਸ ਕੀਤਾ ਨਾ ਗਾਇਆ। ਕਾਲਜ ਜਾ ਕੇ ਬਿਲਕੁਲ ਹੀ ਛੱਡਤਾ। ਕਾਲਜ ਜਾ ਕੇ ਗੇਮ ਵੀ ਛੱਡਤੀ, ਹਾਕੀ ਖੇਡਦਾ ਸੀ ਮੈਂ, ਕਾਲਜ ਜਾ ਕੇ ਉਹ ਵੀ ਛੱਡਤੀ। ਮਤਲਬ ਇਹ ਚੀਜ਼ਾਂ ਬਾਅਦ 'ਚ ਮੈਂ ਉਹੀ ਤਾਂ ਹੀ ਕਹਿਣਾ, ਮੈਂ ਐਨਾਲਾਈਜ਼ ਕਰਨ ਦਾ ਟਾਈਮ ਹੀ ਨਹੀਂ ਮਿਲਿਆ। ਸਰਾਊਂਡਿੰਗ ਇੰਨੀ, ਕੰਫਰਟ ਜ਼ੋਨ ਇੰਨਾ, ਤੁਸੀਂ ਭੁੱਲ ਗਏ। ਉਹ ਤੋਂ ਬਾਅਦ ਜਦੋਂ ਆਪਣੇ ਆਪ ਨਾਲ ਬੈਠੇ, ਕੰਫਰਟ ਜ਼ੋਨ 'ਚੋਂ ਬਾਹਰ ਆਏ, ਦੈਨ ਨੇ ਦੇਖਿਆ ਵੀ ਤੂੰ ਇਕੱਲਾ ਕੀ ਆ, ਤੇਰੇ ਪਿੱਛੇ ਜੋ ਹੈਗਾ ਉਹ ਅਲੱਗ ਚੀਜ਼ ਆ, ਤੂੰ ਇਕੱਲਾ ਕੀ ਆ, ਇਕੱਲਾ ਕਿੱਥੇ ਸਟੈਂਡ ਕਰ ਰਿਹਾ। ਫਿਰ ਉਹ ਚੀਜ਼ਾਂ ਦੀ ਵੈਲਿਊ, ਅਹਿਮੀਅਤ ਪਤਾ ਲੱਗਦੀ। ਆਪਣੇ ਰਿਸ਼ਤਿਆਂ ਦੀ ਅਹਿਮੀਅਤ, ਪੇਰੈਂਟਸ ਦੀ ਅਹਿਮੀਅਤ, ਆਪਣੀਆਂ ਜੜ੍ਹਾਂ ਦੀ ਅਹਿਮੀਅਤ। ਜਦੋਂ ਮੈਨੂੰ ਕੋਈ ਕੁਐਸਚਨ ਕਰਦਾ ਸੀ ਪੱਗ ਕਿਉਂ ਬੰਨੀ ਆ, ਤਾਂ ਫਿਰ ਪਤਾ ਲੱਗਦਾ ਸੀ ਵੀ ਹੋਰ ਪੜ੍ਹਨਾ ਪੈਣਾ ਬਾਈ, ਤਾਂ ਜਵਾਬ ਦੇ ਹੋਣਾ। ਜੇ ਮੈਨੂੰ ਪਤਾ ਨਹੀਂ ਮੈਂ ਪੱਗ ਕਿਉਂ ਬੰਨੀ ਆ ਤਾਂ ਮੈਂ ਕਿਸੇ ਨੂੰ ਕੀ ਕਹੂੰਗਾ। ਰੇਸਿਜ਼ਮ ਵੀ ਦੇਖਿਆ, ਬਹੁਤ ਨੇੜੇ ਤੋਂ ਦੇਖਿਆ। ਯੈਸ, ਬਿਲਕੁਲ। ਆਪਣਿਆਂ ਦਾ ਵੀ ਦੇਖਿਆ। ਜਿਵੇਂ ਆਪਣਿਆਂ ਦੇ ਵਿੱਚੋਂ ਜੇ ਮੈਂ ਉਦਾਹਰਨ ਦੇਵਾਂ, ਜਿਹੜੇ ਉੱਥੇ ਉਦੋਂ ਨਵੇਂ ਸਟੂਡੈਂਟ ਗਏ, ਆਪਣੇ ਜਿਹੜੇ ਪੁਰਾਣੇ ਬੰਦੇ ਆ ਉਹ ਵੀ ਨਵਿਆਂ ਨਾਲ ਕਈ ਵਾਰ ਰੇਸਿਸਟ ਹੋ ਜਾਂਦੇ। ਇੱਧਰ ਨੂੰ ਹੀ ਆਈ ਜਾਂਦੇ ਹੋ, ਚੱਕ ਕੇ ਮੂੰਹ ਇੱਧਰ ਆਈ ਜਾਂਦੇ ਹੋ, ਇੱਦਾਂ ਕਿਉਂ ਕਰਦੇ ਹੋ, ਇੱਥੇ ਪਹਿਲਾਂ ਇੱਥੇ ਕੁਝ ਨਹੀਂ ਹੈ, ਉੱਧਰੋਂ ਹੀ ਲੱਗਦਾ ਤੁਹਾਨੂੰ ਦਰਖਤਾਂ ਨੂੰ ਲੱਗਦੇ ਆ। ਇਹ ਰੇਸਿਜ਼ਮ ਵੀ ਨਹੀਂ ਚਾਹੀਦਾ। ਨਵਿਆਂ ਤੇ ਪੁਰਾਣਿਆਂ ਦਾ, ਆਪਣਿਆਂ ਦਾ ਆਪਸ ਵਿੱਚ ਹੀ ਰੇਸਿਜ਼ਮ ਨਹੀਂ ਚਾਹੀਦਾ। ਜਿੱਦਣ ਮਤਲਬ ਦੂਜੀ ਘਟਨਾ ਬਾਹਰ ਦੇ ਲੋਕਾਂ ਨਾਲ, ਉਹ ਰੇਸਿਜ਼ਮ ਕਿਵੇਂ ਹੋਇਆ? ਉਹ ਮੈਨੂੰ ਗੋਰੇ ਸੀਗੇ, ਟੀਨੇਜਰ ਜੇ ਸੀਗੇ, ਕਿਉਂਕਿ ਟੀਨੇਜਰ ਏਜ ਇੱਦਾਂ ਦੀ ਆ, ਕੋਈ ਵੀ ਆ ਉਹਨੂੰ ਇੰਨਾ ਨਹੀਂ ਪਤਾ ਹੁੰਦਾ। 5-7 ਜਾਣੇ ਸੀਗੇ, ਮੇਰੇ ਪੱਗ ਬੰਨੀ ਹੋਈ ਸੀ, ਮੈਂ ਕੰਮ ਤੋਂ ਆ ਰਿਹਾ ਸੀ, ਮੈਂ ਆਉਂਦਾ ਸੀ ਬੱਸ। ਮੈਂ ਪਿੱਛੇ ਜੋ ਆਪਣੇ ਬੈਕਪੈਕ ਜਿਹਾ ਹੁੰਦਾ ਜੀ, ਸਮਾਨ ਹੁੰਦਾ ਆਪਣਾ ਖਾਣ ਪੀਣ ਵਾਲਾ, ਮੈਂ ਪਾਇਆ ਹੋਇਆ, ਮੈਂ ਤੁਰਿਆ ਆ ਰਿਹਾ, ਹੈੱਡਫੋਨ ਲਾਏ, ਅਤੇ ਮੈਨੂੰ ਦੇਖ ਕੇ ਜਿਵੇਂ ਥੋੜ੍ਹੇ ਜਿਹੇ ਬੁੱਲੀ ਬਣ ਰਹੇ ਸੀਗੇ, ਉਹ ਕਰ ਰਹੇ ਸੀ। ਮੈਂ ਦੇਖਿਆ, ਮੈਂ ਚੱਲ ਇਗਨੋਰ ਕਰਕੇ ਤੁਰ ਕੇ ਦੁਬਾਰਾ ਫਿਰ ਅੱਗੇ ਆ ਗਏ। ਮੈਂ ਹੈੱਡਫੋਨ ਕੱਢ ਲਏ ਤਾਂ ਬੋਲਣ ਲੱਗ ਗਏ। ਮੈਂ ਵੀ ਬੋਲਿਆ ਤਾਂ ਫਿਰ ਉਂਗਲਾਂ ਹੀ ਕਰਕੇ ਚਲੇ ਗਏ। ਅਤੇ ਮੈਨੂੰ ਉਦੋਂ ਜਾਣੀ ਬਹੁਤ ਉਹ ਚੀਜ਼ ਸੀਗਾ, ਜਿਹੜਾ ਉਹ ਇਨਸੀਡੈਂਟ ਸੀਗਾ, ਜਿਹੜਾ ਮੈਨੂੰ ਇਹ ਲੱਗਿਆ ਵੀ ਯਾਰ ਵੀ ਆਪਾਂ ਜੇ ਕਹਿ ਦਿੰਦੇ ਹਾਂ ਬੇਗਾਨਾ ਦੇਸ਼, ਤਾਂ ਇਹ ਚੀਜ਼ਾਂ ਹੁੰਦੀਆਂ ਤੁਹਾਡੇ ਨਾਲ, ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ, ਫੇਸ ਕਰਕੇ ਰਾਈਜ਼ ਕਰਨਾ ਪੈਂਦਾ। ਫਿਰ ਉਦੋਂ ਤੁਹਾਨੂੰ ਆਪਣੀ ਕਮਿਊਨਿਟੀ ਨਾਲ ਪਿਆਰ ਹੁੰਦਾ, ਉਦੋਂ ਤੁਹਾਨੂੰ ਆਪਣੇ ਆਪ ਨਾਲ ਇਹ ਪਿਆਰ ਹੁੰਦਾ ਵੀ ਮੈਂ ਕੁਛ ਕਰਨਾ। ਯੈਸ। ਉਹ ਤੋਂ ਬਾਅਦ ਮੈਂ ਟਰਬਨੇਟਰ ਸੌਂਗ ਤਾਂ ਹੀ ਕਰਿਆ ਸੀ। ਟਰਬਨੇਟਰ ਸੌਂਗ ਦਾ ਜਿਹੜਾ ਵੀਡੀਓ ਸੀ ਉਹ ਟੋਟਲੀ ਰੇਸਿਜ਼ਮ ਦੇ ਉੱਤੇ ਸੀ, ਕਿਉਂਕਿ ਉਹ ਚੀਜ਼ਾਂ ਜਿਹੜੀ ਤੁਸੀਂ ਫੇਸ ਕਰਦੇ ਹੋ, ਮੈਨੂੰ ਲੱਗਦਾ ਉਹ ਉਹਨਾਂ ਬਾਰੇ ਅਵੇਅਰਨੈਸ, ਉਹਨਾਂ ਨੂੰ ਲੈ ਕੇ ਡੀਮੋਟੀਵੇਟ ਨਹੀਂ ਹੋਣਾ, ਉਹਨਾਂ ਨੂੰ ਲੈ ਕੇ ਸਗੋਂ ਮੋਟੀਵੇਟ ਹੋਣਾ ਚਾਹੀਦਾ। ਵੀ ਜੇ ਅੱਜ ਤੁਹਾਨੂੰ ਕੋਈ ਜਿਹੜਾ ਮਿਹਣਾ ਮਾਰ ਰਿਹਾ, ਮੈਨੂੰ ਲੱਗਦਾ ਹੁੰਦਾ ਉਹ ਤੁਹਾਡੇ ਚੰਗੇ ਲਈ ਆ। ਸਾਨੂੰ ਜਿਨ੍ਹਾਂ ਨੇ ਮਾਰੇ ਸੀ, ਤਾਂ ਜੇ ਉਹ ਨਾ ਮਾਰਦੇ ਸ਼ਾਇਦ ਅਸੀਂ ਜਿਹੜਾ ਆਪਦਾ 200% ਨਾ ਦਿੰਦੇ, ਅਸੀਂ ਸਿਰਫ 100 'ਤੇ ਖੜੇ ਰਹਿੰਦੇ। ਸੇਮ ਤੁਹਾਡੇ ਨਾਲ ਹੋਣਾ, ਹਰੇਕ ਦੀ ਜ਼ਿੰਦਗੀ 'ਚ ਸੇਮ ਹੁੰਦਾ। ਜਿਹਨੇ ਰਾਈਜ਼ ਕੀਤਾ ਉਹਦੇ ਪਿੱਛੇ ਜਿਹੜੇ ਮਿਹਣੇ ਨੇ, ਜਿਹੜੇ ਉਹਨੂੰ ਚੈਲੰਜਸ ਨੇ, ਉਹ ਸਭ ਤੋਂ ਇੰਪੋਰਟੈਂਟ ਨੇ। ਆਈ ਥਿੰਕ ਸਭ ਤੋਂ ਵੱਡਾ ਰੋਲ ਪਲੇ ਤੁਹਾਡੇ ਚੈਲੰਜਸ ਕਰਦੇ ਆ। ਕੰਫਰਟ ਜ਼ੋਨ ਛੱਡ ਕੇ ਬਾਹਰ ਨਿਕਲ ਕੇ ਖੜ ਕੇ ਦੇਖੀਏ ਵੀ ਆਪਾਂ ਕਿੱਥੇ ਖੜੇ ਹਾਂ। ਮਤਲਬ ਤੁਸੀਂ ਬਹੁਤ ਸਾਰਾ ਪੰਜਾਬੀ ਦੇ ਉੱਤੇ ਲਿਖਦੇ ਹੋ, ਗਾਉਂਦੇ ਹੋ। ਤੁਹਾਡੇ ਲਈ ਆਪਦੀ ਧਰਤੀ ਦੀ ਵਿਆਖਿਆ ਕੀ ਹੈ? ਜੇ ਮੈਂ ਪੁੱਛਾਂ, ਇੱਕ ਟੁਕੜਾ ਗਾ, ਜਿਵੇਂ ਸੁਰਜੀਤ ਪਾਤਰ ਕਹਿੰਦੇ ਹੈ ਨਾ, ਹੁਣ ਤਾਂ ਬਹੁਤ ਸਾਰੇ ਪੰਜਾਬ ਵਾਸਤੇ ਨੇ ਨਿੱਕੇ ਨਿੱਕੇ ਦੁਨੀਆ ਦੇ ਅੰਦਰ, ਹੈ ਨਾ, ਜੋਗਰਾਫੀ ਆ ਪੰਜਾਬ ਦਾ ਇੱਕ ਜੀ, ਜੋਗਰਾਫੀ ਹੀ ਨਹੀਂ ਆ ਉਹ ਕਹਿੰਦੇ ਆ ਨਾ। ਮੈਂ ਪੁੱਛਾਂ ਕਿ ਇਹ ਧਰਤੀ ਦੇ ਟੁਕੜੇ ਦਾ ਤੁਹਾਡੇ ਲਈ ਮੀਨਿੰਗ ਕੀ ਹੈ, ਜਿੱਥੇ ਜਿਹੜੇ ਪੰਜਾਬ 'ਚ ਬੈਠੇ ਆਪਾਂ? ਪਾਤਰ ਸਾਹਿਬ ਤਾਂ ਬਹੁਤ, ਮਤਲਬ ਤੁਸੀਂ ਵੱਡਾ ਨਾਮ ਲਿਆ, ਉਹ ਤਾਂ ਉਹਨਾਂ ਨੂੰ ਤਾਂ ਪੜ੍ਹਦੇ ਹਾਂ ਪਾਤਰ ਸਾਹਿਬ ਦਾ। ਧਰਤੀ ਦੇ ਟੁਕੜੇ ਦੀ ਵਿਆਖਿਆ ਤਾਂ ਪਹਿਲੀ ਗੱਲ ਤਾਂ ਇਹ ਵੀ ਆਪਣੀ, ਇਸ ਰੈਫਰੈਂਸ 'ਚ ਪੁੱਛ ਰਿਹਾ, ਜਿਵੇਂ ਜੋ ਉਹ ਘਟਨਾਵਾਂ ਵਾਪਰੀਆਂ ਤੁਹਾਡੇ ਨਾਲ ਜ਼ਿੰਦਗੀ ਦੇ ਐਕਸਪੀਰੀਅੰਸ ਨੇ,
ਉਦੋਂ ਹੋਰ ਮੀਨਿੰਗਫੁਲ ਹੋ ਜਾਂਦੀਆਂ ਨੇ ਗੱਲਾਂ। ਉਦੋਂ ਉਸ ਟੁਕੜੇ ਦੀ ਵਿਆਖਿਆ ਬੰਦਾ ਯਾਦ ਕਰਦਾ ਕਿ ਯਾਰ ਮੈਂ ਉੱਥੇ ਰਹਿੰਦਾ ਸੀ, ਮੇਰੇ ਲਈ ਤਾਂ ਮੀਨਿੰਗ ਹੀ ਨਹੀਂ ਸੀ, ਤੁਸੀਂ ਤਾਂ ਕਦੇ ਸੋਚੀ ਨਹੀਂ ਹੋਣੀਆਂ ਇਹ ਗੱਲਾਂ। ਬਿਲਕੁਲ ਨਹੀਂ, ਪਹਿਲੀ ਵਾਰ ਤੇ ਉਦੋਂ ਇਹ ਹੋਊਗਾ ਕਿ ਇਹ ਟੁਕੜੇ ਦਾ ਮੀਨਿੰਗ ਕੀ ਹੁੰਦਾ, ਜਦੋਂ ਦੁਨੀਆ ਦੇ ਕਿਸੇ ਹੋਰ ਹਿੱਸੇ 'ਚ ਬੈਠਿਆਂ ਨਾਲ ਤੁਹਾਡੇ ਨਾਲ ਭੇਦਭਾਵ ਹੋ ਰਿਹਾ। ਤੁਹਾਨੂੰ ਐਕਚੁਅਲ ਘਰ ਲਫ਼ਜ਼ ਦਾ ਮਤਲਬ ਪਤਾ ਲੱਗਦਾ। ਘਰ, ਤੁਹਾਡਾ ਘਰ ਕੀ ਆ, ਹੈ ਨਾ, ਤੁਹਾਡੀ ਜੜ ਕੀ ਆ, ਉਹ ਤੁਹਾਨੂੰ ਅਹਿਸਾਸ ਹੁੰਦੀ ਜਦੋਂ ਤੁਸੀਂ ਆਪਣਾ ਘਰ ਛੱਡਦੇ ਹੋ। ਉਹ ਘਰ ਤੁਹਾਡਾ ਇਕੱਲਾ ਘਰ ਦਾ ਮਤਲਬ ਇਹ ਨਹੀਂ ਜੋ ਤੁਹਾਡਾ 250 ਗਜ ਦਾ ਪਲਾਟ ਆ। ਉਹ ਘਰ ਤੁਹਾਡਾ ਸਾਰਾ, ਉਹ ਘਰ ਤੁਹਾਡਾ, ਤੁਸੀਂ ਕਿੱਦਾਂ ਸੋਚਦੇ ਹੋ ਉਹ ਤੁਹਾਡੇ ਤੇ ਆ। ਤੁਹਾਡਾ ਘਰ ਸਾਰੀ ਦੁਨੀਆ ਵੀ ਹੋ ਸਕਦੀ ਉਹ ਤੁਸੀਂ, ਪਰ ਜਦੋਂ ਤੁਹਾਡੇ ਨਾਲ ਕੁਝ ਹੁੰਦਾ, ਜਦ ਤੁਸੀਂ ਇਨੀਸ਼ੀਅਲ ਸਟਾਰਟ ਤੇ ਹੋ, ਜਿਉਂ-ਜਿਉਂ ਗੱਲ ਉਹੀ ਆ ਗਈ ਵੀ ਤੁਹਾਡੀ ਸੋਚ ਦਾ ਜਿਹੜਾ ਮਿਆਰ ਆ ਜਿੰਨਾ ਵੱਡਾ ਹੋਈ ਗਿਆ, ਉਹਦੇ ਹਿਸਾਬ ਨਾਲ ਤੁਹਾਡੇ ਆਪਣੀਆਂ ਚੀਜ਼ਾਂ ਨੂੰ ਤੁਸੀਂ ਕੱਟ ਕੇ ਨਵੀਆਂ ਲਾਈਨਾਂ ਲਿਖੀ ਜਾਣੀਆਂ ਨੇ। ਜੋ ਤੁਸੀਂ ਲਾਈਨ ਪਹਿਲਾਂ ਲਿਖੀ ਆ ਉਹਨੂੰ ਕੱਟ ਕੇ ਨਵੀਂ ਲਿਖ ਦੇਣੀ ਆ, ਉਹ ਤੋਂ ਬਾਅਦ ਫੇਰ ਕੱਟ ਕੇ ਨਵੀਂ ਲਿਖ ਦੇਣੀ ਆ। ਮਤਲਬ ਇਹ ਜਿਹੜਾ ਹੁਣ ਤੁਸੀਂ ਕਹਿੰਦੇ ਹੋ ਵੀ ਆਹ ਜਿਹੜੀ ਆਪਣੀ ਧਰਤੀ ਦਾ ਟੁਕੜਾ, ਤਾਂ ਤੁਹਾਨੂੰ ਮੈਂ ਮੇਰਾ ਇੱਕ ਇਨਸੀਡੈਂਟ ਹੀ ਦੱਸ ਦਿੰਦਾ ਵੀ ਮੇਰੇ ਲਈ ਇਹ ਕੀ ਮਤਲਬ ਮਾਇਨੇ ਤੁਸੀਂ ਉਹਦੇ ਸਮਝ ਲਿਓ ਕੀ ਨੇ। ਮੈਂ ਜਦੋਂ ਯੂਕੇ ਸੀਗਾ ਤਾਂ ਮੈਂ ਸਭ ਤੋਂ ਵੱਧ ਜੇ ਮਿਸ ਕਰਦਾ ਸੀ ਤਾਂ ਮੈਂ ਫਤਿਹਗੜ੍ਹ ਸਾਹਿਬ ਨੂੰ ਮਿਸ ਕਰਦਾ ਸੀ। ਤਾਂ ਉੱਥੇ ਮੈਂ ਜਾਣਾ ਮਿਸ ਕਰਦਾ ਸੀ। ਮੇਰਾ ਇਹ ਹੁੰਦਾ ਸੀ ਇੱਧਰ ਜਦੋਂ ਮੈਂ ਗਿਆ ਲੇਟਲੀ, ਜਦੋਂ ਮਤਲਬ ਉਦੋਂ 2009 'ਚ ਗਿਆ, ਉਦੋਂ ਮੇਰੀ ਇਹ ਰੂਟੀਨ ਹੁੰਦੀ ਸੀ। ਮੈਂ ਰੂਟੀਨ 'ਚ ਫਤਿਹਗੜ੍ਹ ਸਾਹਿਬ ਚਲੇ ਜਾਂਦਾ ਸੀ ਅਤੇ ਜਾਂਦਾ ਵੀ ਅਰਲੀ ਮੋਰਨਿੰਗ ਸੀ 3 ਵਜੇ। ਉਦੋਂ ਵੀ ਸ਼ਾਇਦ ਤੁਸੀਂ ਹੁਣ ਵੀ ਜਦੋਂ ਹਾਂਜੀ ਮੈਂ ਟਰਾਈ ਹੁੰਦੀ ਆ ਵੀ ਮਹਾਰਾਜ ਦੀ ਕਿਰਪਾ ਨਾਲ ਸਾਹਿਬਜ਼ਾਦਿਆਂ ਦਾ ਆਉਂਦਾ ਤੁਸੀਂ ਸਵੇਰੇ ਹੀ ਹੁੰਦੇ ਹੋ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਉੱਥੋਂ ਜੋ ਉੱਥੇ ਕਨੈਕਸ਼ਨ ਆ, ਇੱਕ ਤਾਂ ਵੈਸੇ ਜਿੱਥੇ ਤੁਸੀਂ, ਉਹ ਤਾਂ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਆ ਫਤਿਹਗੜ੍ਹ ਸਾਹਿਬ, ਜੇ ਆਪਾਂ ਵੈਸੇ ਗੱਲ ਕਰੀਏ, ਜੇ ਆਪਾਂ ਦੁਨੀਆਦਾਰੀ ਦੇ ਤੌਰ 'ਤੇ ਗੱਲ ਕਰੀਏ, ਸਾਡੇ ਲਈ ਤਾਂ ਬਹੁਤ ਮਹਿੰਗੀ ਆ। ਉੱਦਾਂ ਵੀ ਜਿੱਥੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਆ ਐਡੇ ਸੋਫੇ ਜਿੰਨੀ ਜਗ੍ਹਾ ਲਈ, ਅਤੇ ਵਿਛਾ ਕੇ ਵੀ ਕਿਵੇਂ, ਖੜੀਆਂ ਵਿਛਾ ਕੇ, ਹੈ ਨਾ, ਉਹ ਤਾਂ ਕੋਈ ਦੇਣ ਨਹੀਂ ਦੇ ਸਕਦਾ। ਪਰ ਮੈਨੂੰ, ਜੇ ਮੈਂ ਦੱਸਾਂ ਤਾਂ ਯੂਕੇ ਜਾ ਕੇ ਸਭ ਤੋਂ ਵੱਧ ਮੈਨੂੰ ਉਹ ਚੀਜ਼ ਯਾਦ ਆਉਂਦੀ ਸੀ। ਮੈਨੂੰ ਉੱਦਾਂ ਹੀ ਆਪਣੇ ਜੋਤੀ ਸਰੂਪ ਸਾਹਿਬ ਦਾ ਉਹ ਮੂਹਰੇ ਵਾਲਾ ਗੇਟ, ਉਹ ਚੀਜ਼ਾਂ ਯਾਦ ਆਉਂਦੀਆਂ ਸੀ। ਤਾਂ ਉਦੋਂ ਮਤਲਬ ਬੜਾ ਮਿਸ ਕਰਦਾ ਸੀ। ਉਦੋਂ ਅਹਿਮੀਅਤ, ਉਦੋਂ ਮਤਲਬ ਇੱਥੇ ਨੇੜੇ ਰਹਿਣ ਦੀ ਅਹਿਮੀਅਤ ਉਹ ਉਦੋਂ ਪਤਾ ਲੱਗੀ ਵੀ ਆਪਾਂ ਜਿਹੜੀਆਂ ਚੀਜ਼ਾਂ ਦੇ ਬਹੁਤ ਨੇੜੇ ਆ, ਪਰ ਆਪਾਂ ਨੇੜੇ ਹੋ ਕੇ ਕਈ ਵਾਰ ਦੂਰ ਹੁੰਦੇ ਆ ਨਾ, ਕਈ ਵਾਰ ਦੂਰ ਹੋ ਕੇ ਆਪਾਂ ਨੇੜੇ ਹੋ ਜਾਂਦੇ ਹਾਂ। ਤਾਂ ਕਰਕੇ ਮੈਂ ਕਹਿੰਦਾ ਵੀ ਕੰਫਰਟ ਜ਼ੋਨ ਛੱਡ ਕੇ ਦੂਰ ਜਾਣਾ ਹੀ ਸਭ ਤੋਂ ਇੰਪੋਰਟੈਂਟ ਚੀਜ਼ ਆ ਲਾਈਫ 'ਚ। ਜਿੰਨੇ ਟਾਈਮ ਨਾਲ ਕਰ ਲਓਗੇ ਉਹਨੇ ਟਾਈਮ ਨਾਲ ਸਮਝੋਗੇ ਇਹ ਧਰਤੀ ਦੀ ਅਹਿਮੀਅਤ, ਇਹ ਜਗ੍ਹਾ ਦੀ ਅਹਿਮੀਅਤ ਕੋਈ ਨਹੀਂ ਪਾ ਸਕਦਾ। ਤੁਸੀਂ ਇਹ ਦੇਖੋ, ਆਪਣੇ 'ਤੇ ਸਭ ਤੋਂ ਵੱਧ ਹਮਲੇ ਪੰਜਾਬ ਦੇ ਰਾਹੀਂ ਹੋਏ ਆ, ਪੰਜਾਬ ਦੇ ਲਈ ਹੋਏ ਆ, ਚਾਹੇ ਲਾਹੌਰ ਕਹਿ ਲਓ। ਇਹ ਮਹਾਰਾਜ ਨੇ ਇੱਥੇ ਜੋ ਸਾਡੇ ਜਿੱਥੋਂ ਅਸੀਂ ਨਿਕਲੇ ਹਾਂ, ਗੱਲ ਇਹ ਹੈ ਮੈਂ ਜੰਮਿਆ ਉੱਥੇ ਕਿਉਂ ਆ, ਮੈਂ ਫਿਰ ਉੱਥੇ ਉਸੇ ਗੱਲ 'ਤੇ ਆਉਣਾ, ਮੈਂ ਜੰਮਿਆ ਉੱਥੇ ਕਿਉਂ ਆ। ਜੇ ਮੈਂ ਜਿੱਥੇ ਜੰਮਿਆ ਤਾਂ ਮੈਂ ਗੱਲ ਸਭ ਤੋਂ ਪਹਿਲਾਂ ਉੱਥੇ ਦੀ ਕਰਨੀ ਮੈਨੂੰ ਬਣਦੀ ਆ। ਜਿੱਥੇ ਵੀ ਮੈਂ ਜੰਮਿਆ ਤਾਂ ਉੱਥੇ ਦੀ ਆਪਣੀ ਇੱਕ ਰਿਸਪੌਂਸੀਬਿਲਟੀ ਆ, ਉੱਥੇ ਦਾ ਆਪਣਾ ਇੱਕ ਪਿਆਰ ਆ, ਹੋਣਾ ਚਾਹੀਦਾ। ਇੱਕ ਮੈਂ ਇੰਗਲਿਸ਼ ਦਾ ਗਾਣਾ ਸੁਣਦਾ ਹੁੰਦਾ, ਆਈ ਡੋਂਟ ਨੋ ਵੀ ਹੁਣ ਇੱਥੇ ਉਹ ਗੱਲ ਕਿੰਨੀ ਕੁ ਮੈਚ ਕਰੂ, ਪਰ ਇਹ ਕੌਣ ਦਾ ਗਾਣਾ, ਇੱਕ ਮਾਮਾ ਅਫਰੀਕਾ, ਮਾਮਾ ਅਫਰੀਕਾ, ਉਹਦਾ ਇੰਗਲਿਸ਼ ਟਰੈਕ ਆ, ਮੈਂ ਬਹੁਤ ਸੁਣਦਾ, ਮੈਨੂੰ ਬਹੁਤ ਜ਼ਿਆਦਾ ਫੇਵਰੇਟ ਆ। ਉਹ ਬੰਦੇ ਨੇ ਕੀ ਕੀਤਾ, ਉਹਨੇ ਗਾਣਾ ਗਾਇਆ ਆਪਣੀ ਧਰਤੀ 'ਤੇ ਰਹਿੰਦਾ ਜਿੱਥੇ ਮਰਜ਼ੀ ਆ, ਗੱਲ ਅਫਰੀਕਾ ਦੀ ਕੀਤੀ। ਗੱਲ ਇਹ ਆ ਵੀ ਰਹੋ ਜਿੱਥੇ ਮਰਜ਼ੀ, ਗੱਲ ਤੁਹਾਡੀ ਮਾਂ ਦੀ ਹੋਣੀ ਚਾਹੀਦੀ, ਜਿੱਥੇ ਤੁਸੀਂ ਜੰਮੇ। ਜਿਹੜੇ ਬੱਚੇ ਬਾਹਰ ਜੰਮੇ ਉਹਨਾਂ ਲਈ ਉਹ ਵੀ ਇਕੁਅਲ ਇੰਪੋਰਟੈਂਟ ਆ, ਜਿਹੜੇ ਬਾਹਰ ਕਮਾਉਣਗੇ ਉਹਨਾਂ ਲਈ ਵੀ ਇਕੁਅਲ ਇੰਪੋਰਟੈਂਟ ਆ। ਆਪਾਂ ਕਦੇ ਵੀ ਬੇਜ਼ਮੀਰੇ ਜਾਂ ਬੇਸ਼ੁਕਰੇ ਨਹੀਂ ਹੋਣਾ। ਉਹਦਾ ਉਹ ਗਾਣਾ ਬੜਾ ਵਧੀਆ, ਉਹਨੇ ਸਾਰੇ ਅਫਰੀਕਾ ਨੂੰ ਡਿਫਾਈਨ ਕੀਤਾ। ਪਹਿਲਾਂ ਏ ਬਾਰੇ ਬੋਲਦਾ, ਫਿਰ ਐਫ ਬਾਰੇ ਬੋਲਦਾ, ਫਿਰ ਆਰ ਬਾਰੇ, ਫਿਰ ਆਈ ਬਾਰੇ, ਫਿਰ ਸੀ ਬਾਰੇ, ਫਿਰ ਏ ਬਾਰੇ। ਗਾਣਾ ਸੁਣ ਕੇ ਇੱਕ ਵਾਰ ਤੁਸੀਂ ਜੇ ਗਾਣੇ ਦੇ ਮਤਲਬ ਲਿਰਿਕਸ ਸਾਰੇ ਸਮਝ ਕੇ ਦੇਖ ਲਓ, ਤੁਹਾਡਾ ਜੀ ਕਰੇ ਵੀ ਅਫਰੀਕਾ ਚੱਲੀਏ ਯਾਰ, ਵੀ ਇੱਕ ਵਾਰ ਘੁੰਮ ਕੇ ਤਾਂ ਆਈਏ, ਵੀ ਇੰਨੀ ਸਿਫਤ ਕਰਤੀ ਬੰਦੇ ਨੇ। ਪਰ ਉਹ ਸਿਫਤ ਕੀ ਆ, ਉਹਦੀ ਸਿਫਤ ਦਿਲ 'ਚ ਆ ਤਾਂ ਕੀਤੀ, ਉਹ ਸਿਫਤ ਹੋਣੀ ਬਹੁਤ ਜ਼ਰੂਰੀ ਆ। ਤੁਹਾਡਾ ਬਹੁਤ ਗਹਿਰਾ ਵਿਸ਼ਵਾਸ ਹੈ ਪਰਮਾਤਮਾ 'ਚ ਤੇ ਇਸ ਧਰਤੀ ਦੇ ਅੰਦਰ। ਤੁਹਾਨੂੰ ਲੱਗਦਾ ਕਿ ਜਿਵੇਂ ਬਹੁਤ ਸਾਰੇ ਲੋਕ ਹੁੰਦੇ ਨੇ ਪਰ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਜਾਂ ਗੁਰੂ ਦੀ ਕਿਰਪਾ, ਤੁਹਾਨੂੰ ਲੱਗਦਾ ਇਹ ਧਰਤੀ
ਤੇ ਹੀ ਤੁਸੀਂ ਮਤਲਬ ਜੋ ਅੱਜ ਤੁਹਾਡਾ ਨਾਮ ਆ, ਥਾਮ ਆ, ਦੁਨੀਆ ਜਾਣਦੀ ਆ, ਬਹੁਤ ਕੁਝ ਦਿੱਤਾ ਤੁਹਾਨੂੰ ਕੁਦਰਤ ਨੇ, ਪਰਮਾਤਮਾ ਨੇ। ਮੈਨੂੰ ਲੱਗਦਾ ਵੀ ਇਹ ਜਦ ਤੱਕ ਉਹਦਾ ਕੁਦਰਤ ਦਾ ਸਾਥ ਨਹੀਂ ਹੈ ਤੁਹਾਨੂੰ ਚੀਜ਼ ਮਿਲਦੀ ਨਹੀਂ। ਉਹਦਾ ਸਾਥ ਬਹੁਤ ਜ਼ਰੂਰੀ ਆ। ਮਿਹਨਤ ਸਭ ਤੋਂ ਪਹਿਲਾ ਦਾਖਲੇ ਦਾ ਕੇਂਦਰ ਆ। ਮਿਹਨਤ ਤੋਂ ਬਿਨਾਂ ਤਾਂ ਤੁਸੀਂ ਭੁੱਲ ਜਾਓ। ਮਿਹਨਤ ਨਾਲ ਹੀ ਦਾਖਲ ਹੋਣਾ ਆਪਾਂ, ਪਰ ਉਹ ਤੋਂ ਬਾਅਦ ਜਦ ਤੱਕ ਹੁਕਮ ਨਹੀਂ ਹੈ, ਹੁਕਮ ਤੋਂ ਬਾਹਰ ਨਹੀਂ ਹੈ ਕੁਝ ਵੀ। ਜੇ ਹੁਕਮ ਨਹੀਂ ਹੈ ਤਾਂ ਕੁਝ ਨਹੀਂ ਹੈ। ਹੁਣ ਹੁਕਮ ਦੇ ਵਿੱਚ ਅੰਦੋਲਨ ਸੀ, ਹੁਕਮ 'ਚ ਸੀ। ਉਹ ਤੋਂ ਬਾਅਦ ਜੋ ਕੁਝ ਅੰਦੋਲਨ ਦੇ ਵਿੱਚੋਂ ਨਿਕਲਿਆ, ਕੀ ਆਪਾਂ ਨੂੰ ਲੱਗਦਾ ਆਪਾਂ ਕੱਢ ਸਕਦੇ ਸੀ ਕਦੇ ਵੀ? ਜੋ ਪ੍ਰਧਾਨ ਮੰਤਰੀ ਮੋਦੀ ਨੇ ਮਾਫੀ ਮੰਗ ਲਈ, ਕੋਈ ਉਮੀਦ ਹੀ ਨਹੀਂ ਕਰਦਾ ਸੀ ਜਦੋਂ ਤੁਹਾਨੂੰ ਕਿੰਨੀਆਂ ਚੀਜ਼ਾਂ ਆਪਾਂ ਨੂੰ ਉਹਦੇ ਹੁਕਮ 'ਚ ਆ। ਗੱਲ ਇਹ ਆ ਵੀ ਕਈ ਵਾਰ ਆਪਾਂ ਨੂੰ ਅੱਜ ਦਾ ਫੇਲੂਅਰ ਤੰਗ ਕਰਦਾ ਬਹੁਤ, ਵੀ ਯਾਰ ਲੈ ਮੈਂ ਬੜੀ ਛੇਤੀ ਆਪਾਂ ਵਿਸ਼ਵਾਸ ਛੱਡ ਜਾਂਦੇ ਹਾਂ, ਬੜੀ ਛੇਤੀ ਆਪਾਂ ਚੀਜ਼ਾਂ ਐਨਾਲਾਈਜ਼ ਕਰ ਜਾਂਦੇ ਹਾਂ। ਪਰ ਚੀਜ਼ਾਂ ਤੁਹਾਡੇ ਬੈਟਰਮੈਂਟ ਲਈ, ਤੁਹਾਡੇ ਕਿਸੇ ਨਾ ਕਿਸੇ ਚੰਗੇ ਲਈ, ਕਿਸੇ ਨਾ ਕਿਸੇ ਥਾਂ ਲਈ, ਉਹ ਕੁਦਰਤ ਦੇ ਨਿਯਮ ਦੇ ਅਧੀਨ ਚੱਲਦੀਆਂ ਹੁੰਦੀਆਂ। ਮੈਨੂੰ ਇਹ ਲੱਗਦਾ। ਤੁਹਾਡਾ ਮੈਂਟਰ ਕੌਣ ਸੀ ਪਹਿਲਾਂ ਵੈਸੇ? ਮੇਰੇ ਫਾਦਰ ਸਾਹਿਬ ਹੀ ਨੇ। ਉਹੀ ਬਹੁਤ ਜ਼ਿਆਦਾ ਅਧਿਆਤਮਕ ਨੇ ਉਹ ਵੀ। ਬਿਲਕੁਲ। ਉਹ ਮਤਲਬ ਇੱਕ ਇੱਦਾਂ ਦੀ ਪਰਸਨੈਲਿਟੀ ਹੈਗੇ ਆ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਨਹੀਂ, ਆਪਾਂ ਜਦੋਂ ਨਾ ਮਤਲਬ ਵੱਡੇ ਹੁੰਦੇ ਆ, ਛੋਟੇ ਹੁੰਦੇ ਆਪਾਂ ਪਿਓ ਨੂੰ ਹੋਰ ਨਿਗਾਹ ਨਾਲ ਦੇਖਦੇ ਹੁੰਦੇ ਆ, 10ਵੀਂ 'ਚ ਹੁੰਦੇ ਆ ਹੋਰ ਨਿਗਾਹ ਨਾਲ ਦੇਖਦੇ ਆ। ਜਦੋਂ 18 ਸਾਲ ਟੱਪਦੇ ਆ ਤਾਂ ਆਪਾਂ ਨੂੰ ਸਾਰੀਆਂ ਚੀਜ਼ਾਂ ਟਰਾਂਸਪੇਰੈਂਟ ਹੋ ਜਾਂਦੀਆਂ ਸਾਰੀਆਂ। ਮਤਲਬ ਕੁਝ ਵੀ ਆਪਾਂ ਨੂੰ 18 20 22 ਟੱਪਦੇ ਆ ਹੋਰ ਸਿਆਣੇ ਹੋ ਜਾਂਦੇ ਆ, 30 ਟੱਪਦੇ ਆ ਹੋਰ ਹੋ ਜਾਂਦੇ। ਮੈਨੂੰ ਲੱਗਦਾ ਫਾਦਰ ਫਿਗਰ ਇੱਕ ਇੱਦਾਂ ਦੀ ਚੀਜ਼ ਹੁੰਦੀ ਆ, ਫਾਦਰ ਦੀ ਰਿਸਪੈਕਟ ਜੇ ਤੁਹਾਡੇ ਲਈ ਜਿੰਨਾ ਤੁਸੀਂ ਸਿਆਣੇ ਹੋਈ ਜਾਏ ਉਹ ਵੱਧਦੀ ਜਾ ਰਹੀ ਆ ਨਾ, ਦੈਟ ਮੀਨ ਤੁਸੀਂ ਸਹੀ ਬੰਦੇ ਦੇ ਫੈਨ ਹੋ। ਜੋ ਤੁਸੀਂ ਜਵਾਨ ਹੁੰਦੇ ਹੋ ਕਈ ਵਾਰ ਦੁਨੀਆ ਨੂੰ ਵੀ ਰੱਦ ਕਰਦੇ ਹੋ, ਘਰਦਿਆਂ ਨੂੰ ਵੀ ਰੱਦ ਕਰਦੇ ਹੋ। ਹੌਲੀ ਹੌਲੀ ਸਮਝ ਆਉਂਦਾ ਕਿ ਜਿਹੜੀਆਂ ਇਹ ਗੱਲਾਂ ਕਹਿ ਰਹੇ ਨੇ ਇਹੀ ਇੰਪੋਰਟੈਂਟ ਨੇ। ਬਾਅਦ 'ਚ ਉਹ ਪ੍ਰੈਕਟਿਸ 'ਚ ਦੇਖਦੇ ਹੋ ਕਿ ਇਹਨਾਂ ਵਾਲੀਆਂ ਗੱਲਾਂ। ਤੇ ਗੱਲ ਇਹ ਹੁੰਦੀ ਹੈ ਕਈ ਵਾਰ ਇਹ ਹੁੰਦਾ ਮੈਂ ਤੁਹਾਨੂੰ ਬਾਈ ਜੀ ਕੁਝ ਕਹਿ ਤਾਂ ਦੇਵਾਂ, ਹੁਣ ਮੈਂ ਕਰਾਂ ਹੈ ਨਾ, ਤੁਹਾਨੂੰ ਪਤਾ ਲੱਗ ਜਾਣੀ, ਤੁਸੀਂ ਨੇੜੇ ਰਹਿਣਾ ਮੇਰੇ। ਤੁਸੀਂ 1-2 ਦਿਨ ਨੇੜੇ ਰਹੇ, ਤੁਸੀਂ ਕਹਿਣਾ ਵੀ ਕਈ ਤਾਂ ਇਹ ਗੱਲ ਸੀ ਪਰ ਇਹਦੀ ਜ਼ਿੰਦਗੀ 'ਚ ਲਾਗੂ ਨਹੀਂ ਹੁੰਦੀ, ਤੁਸੀਂ ਉਦੋਂ ਵੀ ਪਰੇ ਹੋ ਜਾਂਦੇ ਹੋ। ਤੁਸੀਂ ਨੈਕਸਟ ਟਾਈਮ ਜੇ ਤੁਹਾਨੂੰ ਕਹਿਣਗੇ ਤੁਸੀਂ ਕਹੋਗੇ ਤੂੰ ਵੀ ਯਾਰ ਵੀ ਮੇਰੇ ਨਾਲ ਜ਼ਿਆਦਾ ਨਾ ਗੱਲ ਕਰੋ, ਤੁਸੀਂ ਆਪ ਤਾਂ ਇੱਦਾਂ ਦੇ ਹੈ ਨਹੀਂ। ਉੱਥੇ ਕੋਈ ਵੀ ਚੀਜ਼ ਲਾਗੂ ਹੀ ਨਹੀਂ ਹੁੰਦੀ। ਜੋ ਉਹਨਾਂ ਨੇ ਕਿਹਾ ਮੈਂ ਕਹਿਣ ਦੀ ਲੋੜ ਨਹੀਂ ਪੈਂਦੀ, ਮੈਂ ਪ੍ਰੈਕਟੀਕਲੀ ਦੇਖ ਰਿਹਾ ਉਹ ਕਿਵੇਂ ਉਹਨਾਂ ਨੇ ਲਾਈਫ ਜਿਉਈ ਆ। ਮਤਲਬ ਸਾਡੇ ਅੱਜ ਤੱਕ ਕਦੇ ਨਿੱਕੀ ਜਿਹੀ ਗੱਲ ਆ, ਬਿਜਲੀ ਦੀ ਕੁੰਡੀ ਨਹੀਂ ਲੱਗੀ। ਬਿਜਲੀ ਬੋਰਡ 'ਚ ਨੇ, ਬਿਜਲੀ ਬੋਰਡ 'ਚ ਨੇ, ਬਿਜਲੀ ਦੀ ਕੁੰਡੀ ਨਹੀਂ ਲੱਗੀ ਕਦੇ ਵੀ। ਤੇ ਮੈਨੂੰ ਯਾਦ ਆ ਜਦੋਂ ਪੁਰਾਣੀਆਂ ਸਵਿਚਸ ਵੀ ਹੁੰਦੀਆਂ ਸੀ ਉਹਨਾਂ ਤੇ ਇੱਕ ਸਾਡੇ ਸਟicker ਲੱਗਿਆ ਹੁੰਦਾ ਸੀ, ਬਿਜਲੀ ਘੱਟ ਬਾਲੋ ਬਿਜਲੀ ਸੰਕਟ ਟਾਲੋ। ਤੇ ਸਾਡੇ ਸਭ ਤੋਂ ਵੱਧ ਛਿੱਤਰ ਉਦੋਂ ਪੈਂਦੇ ਸੀ ਜਦੋਂ ਕਿਤੇ ਕਮਰੇ ਦੇ ਵਿੱਚ ਸੁੱਚ ਲੱਗੀ ਰਹਿ ਗਈ। ਤੇ ਮਤਲਬ ਜੋ ਉਹਨਾਂ ਨੇ ਜ਼ਿੰਦਗੀ ਜੋ ਜਿਵੇਂ ਦੇ ਅਸੂਲਾਂ ਤੇ ਉਹਨਾਂ ਨੂੰ ਹੁਣ ਤੱਕ ਮਹਾਰਾਜ ਨੇ ਬਖਸ਼ੀਆਂ ਜਿਉਈਆਂ, ਤਾਂ ਉਹ ਮੈਨੂੰ ਲੱਗਦਾ ਵੀ ਉਹ ਬਹੁਤ ਭਾਗਾਂ ਵਾਲੇ ਨੇ। ਮੈਂ ਉਦੋਂ ਵੱਧ ਭਾਗਾਂ ਵਾਲਾ ਵੀ ਉੱਦਾਂ ਦੇ ਮੈਨੂੰ ਪੇਰੈਂਟਸ ਮਿਲੇ, ਉਹਨਾਂ ਨੇ ਉੱਦਾਂ ਦਾ ਰੇਜ਼ ਕੀਤਾ। ਜੋ ਤੁਸੀਂ ਹਿੱਟ ਹੋਏ, ਜੋ ਤੁਹਾਨੂੰ ਦੁਨੀਆ ਜਾਣਨ ਲੱਗ ਗਈ, ਕਦੇ ਸ਼ੌਹਰਤ ਚੜ੍ਹੀ ਦਿਮਾਗ ਨੂੰ? ਮੈਨੂੰ ਨਹੀਂ ਲੱਗਦਾ, ਕਦੇ ਨਹੀਂ ਹੋਇਆ। ਇਹ ਬਹੁਤ ਟੱਚਵੁੱਡ ਕਿਰਪਾ ਹੀ ਆ ਮਾਲਕ ਦੀ, ਕਿਉਂਕਿ ਮੇਰੀਆਂ ਜਗ੍ਹਾ ਨਹੀਂ ਬਦਲੀਆਂ, ਮੇਰੇ ਬੰਦੇ ਨਹੀਂ ਬਦਲੇ। ਜੇ ਮੇਰੀਆਂ ਥਾਵਾਂ ਬਦਲਦੀਆਂ, ਮੇਰੇ ਰਹਿਣ ਦੇ ਤੌਰ ਤਰੀਕੇ ਬਦਲਦੇ, ਤਾਂ ਹੀ ਮੈਂ ਹਜੇ ਤੱਕ ਵੀ ਅਮਲੋਏ ਹਾਂ। ਤਾਂ ਹੀ ਮੈਂ ਆਪਦੀ ਸਰਾਊਂਡਿੰਗ ਨਹੀਂ ਚੇਂਜ ਕੀਤੀ। ਮੈਂ ਆਪਣਾ ਜਿੱਥੇ ਮੈਂ ਜਾਂਦਾ ਸੀ ਮੈਂ ਉੱਥੇ ਜਾਣਾ ਨਹੀਂ ਚੇਂਜ ਕੀਤਾ। ਮੈਨੂੰ ਲੱਗਦਾ ਸ਼ਾਇਦ ਨਹੀਂ ਚੜ੍ਹੀ, ਅੱਗੇ ਨੂੰ ਬਾਬਾ ਕਿਰਪਾ ਰੱਖੇ ਵੀ ਨਾ ਚੜ੍ਹੇ, ਇਹੀ ਮੈਨੂੰ ਲੱਗਦਾ ਹਜੇ ਤੱਕ। ਬਾਕੀ ਕਈ ਵਾਰ ਤੁਹਾਨੂੰ ਆਪਣੇ ਆਪ ਨੂੰ ਲੱਗਦਾ ਹੁੰਦਾ, ਇਹ ਹੁਣ ਨਾਲ ਦੇ ਜ਼ਿਆਦਾ ਬੈਟਰ ਦੱਸ ਸਕਦੇ। ਕਦੇ ਕਿਸੇ ਦੋਸਤ ਨੇ ਕਿਹਾ ਤਰਸੇਮ ਜੱਸੜ ਬਦਲ ਗਿਆ? ਜਿਹੜੇ ਦੋਸਤ ਨੇ ਉਹਨਾਂ ਨੇ ਤਾਂ ਕਿਸੇ ਨੇ ਨਹੀਂ ਕਿਹਾ। ਜਿਹੜੇ ਨਾਲ ਕਿਤੇ ਕਦੇ ਰਹੇ ਹੋਣ, ਕਦੇ ਦੇਖਿਆ ਹੋਵੇ, ਉਹਨਾਂ ਬਾਰੇ ਪਤਾ ਨਹੀਂ। ਜਿਹੜੇ ਦੋਸਤ ਨੇ ਉਹ ਇੱਥੇ ਹੀ ਨੇ, ਉਹ ਉਦੋਂ ਦੇ ਹੀ ਇੱਥੇ ਹੀ ਨੇ। ਪੜ੍ਹਦੇ ਹੋ ਤੁਸੀਂ ਲਗਾਤਾਰ, ਜਿਵੇਂ ਲਿਖਦੇ ਹੋ ਤੁਸੀਂ, ਤਾਂ ਲਿਖਣ ਲਈ ਪੜ੍ਹਦੇ ਵੀ? ਸ਼ੌਂਕ ਹੈ, ਹੁਣ ਵੀ ਪੜ੍ਹ ਰਿਹਾ, ਪੜ੍ਹ ਲੈਣਾ ਜਿੰਨਾ ਟਾਈਮ ਹੁੰਦਾ। ਸਵੇਰੇ ਸ਼ਾਮ ਪਾਠ ਵੀ ਕਰਦੇ ਹੋ ਜਿੰਨਾ? ਤਾਂ ਪਾਠ ਬਾਬੇ ਦੀ ਕਿਰਪਾ ਨਾਲ ਰੋਜ਼ ਕਰ ਲੈਣਾ ਜੀ, ਜਿੰਨਾ ਵੀ ਹੁੰਦਾ। ਕੀ ਪੜ੍ਹਦੇ ਹੋ ਤੁਸੀਂ, ਜਿਵੇਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਪੜ੍ਹਦੇ ਹੋਗੇ? ਮੈਨੂੰ ਹਿਸਟਰੀ ਪਸੰਦ ਆ ਜ਼ਿਆਦਾਤਰ। ਪੋਇਟਰੀ ਓਬਵੀਅਸਲੀ ਸਾਰਿਆਂ ਨੂੰ ਆਪਾਂ ਨੂੰ ਪਸੰਦ ਆ।
ਜਿਹੜੇ ਆਪਣੇ ਵਧੀਆ ਪੋਇਟ ਨੇ ਸਾਰੇ ਆਪਾਂ ਪੜ੍ਹਦੇ ਹੀ ਹਾਂ। ਤੇ ਪਰ ਮੈਨੂੰ ਹਿਸਟਰੀ ਨਾ ਹੁਣ ਜ਼ਿਆਦਾ ਲੇਟਲੀ ਮੈਂ ਹਿਸਟਰੀ ਹੀ ਪੜ੍ਹ ਰਿਹਾ। ਹਿਸਟਰੀ ਬਾਰੇ ਜਿੰਨਾ ਜਾਣ ਸਕਦੇ ਹਾਂ ਉਹਨਾਂ ਲੱਗਿਆ ਹੋਇਆ, ਪਤਾ ਤਾਂ ਮੈਨੂੰ ਕੁਛ ਨਹੀਂ ਹਜੇ ਇੰਨਾ, ਜੇ ਆਪਾਂ ਕਹੀਏ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਪੜ੍ਹ ਰਹੇ ਹਾਂ ਬੰਦਿਆਂ ਦੀਆਂ ਜੀਵਨੀਆਂ ਪੜ੍ਹ ਰਹੇ ਹਾਂ। ਹਿਸਟਰੀ ਦੇ ਵੱਡੇ ਵੱਡੇ ਕਿਰਦਾਰ ਸਿਕੰਦਰ ਵਰਗਿਆਂ ਕੋਲ ਕੁਛ ਨਹੀਂ ਰਿਹਾ, ਖਾਲੀ ਹੱਥ ਚਲੇ ਗਏ। ਕਦੇ ਡਰ ਲੱਗਦਾ ਜੋ ਸਾਰਾ ਕੁਝ ਬਣਿਆ ਹੈਗਾ ਨਾ ਰਹੇ, ਫਿਰ ਤਰਸੇਮ ਜੱਸੜ ਕੀ ਹੋਊਗਾ? ਉਹਦੇ ਹੁਕਮ 'ਚ ਹੀ ਹੋਊਗਾ। ਕੁਛ ਨਹੀਂ ਹੋਊਗਾ ਤਾਂ ਵੀ ਉਹਦੇ ਹੁਕਮ 'ਚ ਹੋਊਗਾ, ਕੁਛ ਨਹੀਂ ਹੋਊਗਾ ਤਾਂ ਉਹਦੇ ਜ਼ਿਆਦਾ ਨੇੜੇ ਹੋਊਗਾ। ਤੇ ਉਹਦੇ ਨੇੜੇ ਜਾਣਾ ਕਦੇ ਮਾੜਾ ਨਹੀਂ ਹੁੰਦਾ, ਉਹਦੇ ਨੇੜੇ ਜਾਣਾ ਹਮੇਸ਼ਾ ਚੰਗਾ ਹੀ ਆ। ਡਰ ਲੱਗਦਾ ਕਿਸੇ ਗੱਲ ਤੋਂ? ਕਦੇ ਕਿਸੇ ਵੀ ਗੱਲ ਤੋਂ ਡਰ ਲੱਗਦਾ ਹੋਵੇ? ਡਰ ਮੈਨੂੰ ਨੈਗੇਟਿਵਿਟੀ ਤੋਂ ਬਹੁਤ ਜ਼ਿਆਦਾ ਡਰਦਾ। ਨੈਗੇਟਿਵਿਟੀ ਮਤਲਬ ਨਾ ਆਪਣੇ ਨੇੜੇ, ਨਾ ਮੇਰੇ ਤੋਂ ਕਦੇ ਨਿਕਲੇ। ਇਹ ਚੀਜ਼ ਤੋਂ ਮੈਂ ਸਭ ਤੋਂ ਜ਼ਿਆਦਾ ਡਰਦਾ। ਹੋਰ ਮੈਨੂੰ ਉਹ ਬਾਬੇ ਦੀ ਕਿਰਪਾ ਕਿਸੇ ਚੀਜ਼ ਤੋਂ, ਕਿਸੇ ਚੀਜ਼ ਦੇ ਜਾਣ ਤੋਂ, ਆਉਣ ਤੋਂ, ਸਪੈਸ਼ਲੀ ਮਟੀਰੀਅਲਿਸਟਿਕ ਚੀਜ਼ਾਂ ਤੋਂ, ਉਹਨਾਂ ਤੋਂ ਨਹੀਂ ਲੱਗਿਆ। ਉਹ ਇੰਨਾ ਕੁ ਆਪਣੇ ਆਪ ਤੇ ਆਪਾਂ ਨੂੰ ਹੁੰਦਾ ਵੀ ਆਪਾਂ ਮਿਹਨਤੀ ਹਾਂ, ਇੱਕ ਨਹੀਂ ਦੋ ਨਹੀਂ, ਤੀਜੀ ਵਾਰ ਟਰਾਈ ਕਰੀ ਜਾਵਾਂਗੇ, ਚੌਥੀ ਵਾਰ ਕਰੀ ਜਾਵਾਂਗੇ, ਉਹ ਕਰ ਲੈਣਾ। ਨੈਗੇਟਿਵਿਟੀ ਤੋਂ ਮੈਂ ਬਹੁਤ ਡਰਦਾ। ਮੈਂ ਇਸੇ ਕਰਕੇ ਹੀ ਮੈਂ ਕੈਮਰੇ ਸਾਹਮਣੇ ਹੀ ਬਹੁਤ ਘੱਟ ਆਇਆ। ਮੈਂ ਲਾਈਵ ਹੀ ਨਹੀਂ ਹੁੰਦਾ। ਮਤਲਬ ਮੈਨੂੰ ਇਹ ਹੁੰਦਾ ਵੀ ਕੋਈ ਨੈਗੇਟਿਵਿਟੀ, ਤੁਸੀਂ ਸੋਸਾਇਟੀ ਨੂੰ ਨੈਗੇਟਿਵ ਚੀਜ਼ ਨਾ ਦਿਓ। ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ, ਪਿਆਰ ਹੋਣਾ ਚਾਹੀਦਾ, ਇੱਕ ਬਾਉਂਡਿੰਗ ਹੋਣੀ ਚਾਹੀਦੀ, ਮਿਹਨਤ ਹੋਣੀ ਚਾਹੀਦੀ। ਜ਼ਿੰਦਗੀ ਦੀ ਕੋਈ ਇਹੋ ਜਿਹੀ ਗੱਲ ਜਿੱਦਣ ਸਭ ਤੋਂ ਵੱਧ ਦੁੱਖ ਹੋਇਆ ਹੋਵੇ, ਕਿਸੇ ਗੱਲ ਤੋਂ ਦੁਖੀ ਹੋਏ ਹੋਵੋ, ਕੋਈ ਵੀ ਗੱਲ ਹੋਵੇ ਜ਼ਿੰਦਗੀ ਦੀ, ਉਹ ਜਿੱਦਣ ਤੁਹਾਨੂੰ ਇੱਕ ਗੱਲ ਪੂਰੇ ਇਸ ਪੇਜ 'ਚ ਦਿਖਦੀ ਹੈ? ਗੱਲਾਂ ਤਾਂ ਬਹੁਤ ਹੁੰਦੀਆਂ ਜਦੋਂ ਆਪਾਂ ਹੁੰਨੇ ਆ, ਹਰਟ ਹੁੰਨੇ ਆ, ਦੁਖੀ ਹੁੰਨੇ ਆ, ਹੈ ਨਾ। ਤੇ ਮਤਲਬ ਉਹ ਟਾਈਮ ਸੀਗਾ ਮੇਰੇ, ਜਦੋਂ ਮੈਂ ਐਲਬਮ ਕਰਨੀ ਸੀ, ਜਦੋਂ ਐਲਬਮ ਕਰ ਰਿਹਾ ਸੀ, ਤਿਆਰ ਕਰ ਰਿਹਾ ਸੀ ਡੋਮੀਨਾਟੀ। ਉਹ ਜਿਹੜਾ 1 ਸਾਲ ਸੀ ਉਹ ਮੇਰਾ ਹਾਰਡੈਸਟ ਟਾਈਮ ਸੀ। ਮਤਲਬ ਉਦੋਂ ਬਹੁਤ ਚੀਜ਼ਾਂ ਸੀ ਜਿਹੜੀਆਂ ਹਰਟ ਕਰ ਰਹੀਆਂ ਸੀ, ਬੈਕ ਟੂ ਬੈਕ ਕਰ ਰਹੀਆਂ ਸੀ। ਤੇ ਉਹ ਟਾਈਮ ਸੀ ਜਦੋਂ ਮੈਂ ਆਪਣੇ ਆਪ ਤੇ ਇਕੱਲਾ ਰਹਿ ਕੇ ਬਹੁਤ ਕੰਮ ਕਰ ਰਿਹਾ ਸੀ। ਤੇ ਮੈਂ ਕਹਿੰਦਾ ਉਹ ਮੇਰਾ ਬੈਸਟ ਟਾਈਮ ਸੀ, ਕਿਉਂਕਿ ਉਹ ਟਾਈਮ ਨੇ ਤਰਸੇਮ ਜੱਸੜ ਬਣਾਤਾ। ਤਰਸੇਮ ਜੱਸੜ ਨਾਮ 2012 'ਚ ਸਟਾਰਟ ਹੋਇਆ ਐਜ਼ ਅ ਲਿਰਿਸਿਸਟ, ਪਰ ਜਿਹੜਾ ਉਹ ਸਾਲ ਸੀ ਉਹਨੇ ਤਰਸੇਮ ਜੱਸੜ ਨੂੰ ਤਰਸੇਮ ਜੱਸੜ ਬਣਾਇਆ। ਯੂਕੇ ਤੋਂ ਬਾਅਦ ਮੇਰਾ ਉਹ ਸੈਕੰਡ ਮਤਲਬ ਹਾਫ ਸੀਗਾ, ਜਿਹੜਾ ਇੱਕ ਹਾਫ ਮੈਂ ਉੱਥੇ ਐਕਸਪੀਰੀਅੰਸ ਕਰਿਆ ਸੀ, ਸੈਕੰਡ ਹਾਫ ਮੇਰਾ ਇੱਥੇ ਸੀ। ਉਹ 1.5 ਸਾਲ ਮੇਰਾ ਬਹੁਤ ਹਾਰਡ ਸੀ। ਜਿਵੇਂ ਤੁਸੀਂ ਕਹਿੰਦੇ ਦੁੱਖ 'ਚ ਸ਼ਾਮਲ ਸੀ ਤੁਹਾਡੇ, ਕੋਈ ਇਹੋ ਜਿਹਾ ਪਲ ਵੀ ਹੈ ਜਿੱਦਾਂ ਤੁਹਾਨੂੰ ਲੱਗਾ ਹੋਵੇ, ਜਿੱਦਣ ਪਹਿਲੀ ਵਾਰ ਇਹੋ ਜਿਹੀ ਕੋਈ ਖੁਸ਼ੀ ਮਿਲੀ ਹੋਵੇ ਕਿ ਆ ਕਮਾਲ ਦੀ ਗੱਲ ਹੋਈ ਹੈ, ਕੋਈ ਗਾਣਾ ਹਿੱਟ ਹੋਇਆ ਹੋਵੇ, ਜਾਂ ਕੋਈ ਜਿੱਦਣ ਤੁਹਾਨੂੰ ਲੱਗਿਆ ਕਿ ਹੁਣ ਤੱਕ ਦਾ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਦਾ ਪਲ? ਉਹ ਮੇਰਾ ਫਸਟ ਸ਼ੋਅ। ਮਤਲਬ ਬਹੁਤ ਮੈਂ ਇਹੀ ਵਾਰ-ਵਾਰ ਜਿੰਨਾ ਸ਼ੁਕਰ ਕਰ ਲਈ ਘੱਟ ਆ। ਮੈਂ ਮਤਲਬ ਜਿੰਨਾ ਕਿ ਮੈਨੂੰ ਗੱਲ ਉੱਥੇ ਹੀ ਆ ਗਈ ਜਿੰਨੀ ਤੁਹਾਡੀ ਮੱਤ ਆ ਉਹਦੇ ਹਿਸਾਬ ਨਾਲ ਬੋਲ ਰਿਹਾ। ਮੈਨੂੰ ਲੱਗਦਾ ਵੀ ਮੈਂ ਸ਼ਾਇਦ ਹਜੇ ਮਤਲਬ ਜਿੰਨਾ ਕਿ ਮੈਂ ਦੁਨੀਆ ਦੇਖੀ ਨੇੜੇ ਤੇੜੇ ਦੀ 2-4 ਸਾਲ, ਮੈਂ ਸ਼ਾਇਦ ਇਕੱਲਾ ਬੰਦਾ ਹੋਊਗਾ ਜਿਹਦਾ ਫਸਟ ਸ਼ੋਅ ਹੀ ਪੇਡ ਸ਼ੋਅ ਸੀ, ਜਿਹੜਾ ਫਸਟ ਟਾਈਮ ਸਟੇਜ ਤੇ ਪੈਸੇ ਲੈ ਕੇ ਚੜਿਆ ਸੀ, ਤੇ ਜਿਹਦਾ ਫਸਟ ਸ਼ੋਅ ਦੀ ਐਲਬਮ ਦਾ ਰਿਲੀਜ਼ ਡੇ ਸੀ 19 ਫਰਵਰੀ। ਉਹ ਤੋਂ ਪਹਿਲਾਂ ਸਿਰਫ ਮੈਂ 2 ਆਡੀਓ ਗਾਣੇ ਕੀਤੇ ਸੀ। ਅੱਤਵਾਦੀ ਬਹੁਤ ਟਾਈਮ ਪਹਿਲਾਂ ਆ ਗਿਆ ਸੀ। 3 ਫਰਵਰੀ ਨੂੰ ਮੈਂ ਰਿਲੀਜ਼ ਕਰ ਰਿਹਾ ਅਸੂਲ। 13 ਫਰਵਰੀ ਨੂੰ ਮੈਂ ਰਿਲੀਜ਼ ਕੀਤਾ ਆਡੀਓ ਕੁੰਡੀ ਮੁੱਛ। 14 ਫਰਵਰੀ ਨੂੰ ਮੈਨੂੰ ਸ਼ੋਅ ਬੁੱਕ ਹੋਇਆ 19 ਫਰਵਰੀ ਦਾ। ਤੇ 19 ਫਰਵਰੀ ਨੂੰ ਅਸੀਂ ਕਿੱਥੇ ਐਲਬਮ ਦਾ ਲਾਂਚ ਸੋਚਿਆ ਹੋਇਆ ਵੀ ਐਲਬਮ ਲਾਂਚ ਕਰਾਂਗੇ ਇੱਦਾਂ ਆਫਿਸ 'ਚ। ਇਹ ਲੁਧਿਆਣੇ ਸੀਗਾ, ਉੱਥੇ ਸਿਧਾਰਥਾ ਪੈਲਸ ਆ, ਉਹਦੇ ਵਿੱਚ ਸ਼ੋਅ ਸੀ। 19 ਫਰਵਰੀ ਨੂੰ ਮੇਰਾ ਪੇਡ ਸ਼ੋਅ ਸੀ ਤੇ ਮੈਂ ਫਸਟ ਟਾਈਮ ਸਟੇਜ ਪਰਫਾਰਮ ਕਰ ਰਿਹਾ ਸੀ। ਉਹ ਤੋਂ ਪਹਿਲਾਂ ਮੈਂ ਬਾਈ ਜੀ ਕਦੇ ਵੀ ਕਿਤੇ ਵੀ ਸਟੇਜ ਤੇ ਕਿਤੇ 5 ਮਿੰਟ ਮੰਗ ਕੇ ਵੀ ਮਾਈਕ ਨਹੀਂ ਫੜਿਆ। ਉਹਨਾਂ ਨੇ ਰॉ ਮਟੀਰੀਅਲ ਦੇਖਿਆ ਵੀ ਨਵਾਂ ਮੁੰਡਾ ਆਇਆ, ਇਹਨੂੰ ਬੁੱਕ ਕਰ ਲਓ ਜੀ। ਕਿਉਂਕਿ ਗੱਲ ਇਹ ਸੀ ਬਾਈ ਜੀ, ਕਿਰਪਾ ਨਾਲ ਬਾਬੇ ਦੀ ਨਾਲ ਮੈਂ ਐਜ਼ ਅ ਲਿਰਿਸਿਸਟ ਵੀ ਲੋਕ ਪੱਗ ਤੋਂ ਹੀ, ਪਟਿਆਲਾ ਸ਼ਾਹੀ ਪੱਗ ਤੋਂ ਕਹਿ ਲਓ, ਜਦੋਂ ਕੁਲਵੀਰ ਨੇ ਗਾਇਆ ਸੀ ਉਦੋਂ ਤੋਂ ਹੀ ਫੈਨ ਸੀਗੇ, ਉਦੋਂ ਤੋਂ ਹੀ ਪਿਆਰ ਕਰਦੇ ਸੀ, ਉਦੋਂ ਦੀ ਉਹ ਤਰ੍ਹਾਂ ਦੀਆਂ ਪੱਗਾਂ ਚੱਲ ਪਈਆਂ ਸੀ, ਉਦੋਂ ਦਾ ਹੀ ਉਹ ਸਟਾਈਲ ਚੱਲਦਾ ਸੀ। ਤਾਂ ਉਹ ਜਿਹੜੇ ਪਿਆਰ ਕਰਦੇ ਸੀ ਤਾਂ ਉਹਨਾਂ ਨੂੰ ਬਲਾਈਂਡ ਫੇਸ ਜਿਵੇਂ ਆਪਾਂ ਕਹਿ ਦਈਏ ਜਾਂ ਪਿਆਰ ਕਹਿ ਲਓ। ਤਾਂ ਜਦੋਂ ਅਸੂਲ ਤੇ ਕੁੰਡੀ ਮੁੱਛ ਆਇਆ ਉਹ ਤੋਂ ਬਾਅਦ ਉਹ ਕਹਿੰਦੇ ਬਾਈ ਤੈਨੂੰ ਇਹ ਲਵਾਉਣਾ, ਵਿਆਹ ਦਾ ਪ੍ਰੋਗਰਾਮ ਆ 19 ਫਰਵਰੀ, ਮੈਨੂੰ ਯਾਦ ਆ ਤੇ ਮੈਨੂੰ ਉਹ ਹਮੇਸ਼ਾ ਯਾਦ ਰਹੂਗਾ। ਮੇਰੇ ਲਈ ਸਭ ਤੋਂ ਹੈਪੀ ਮੂਮੈਂਟ ਸੀ। ਮੈਂ ਹੁਣ ਇੱਕ ਸਿੰਗਰ ਬਣ ਗਿਆ ਆਫੀਸ਼ੀਅਲੀ, ਲੋਕਾਂ ਨੇ ਮੈਨੂੰ ਪਿਆਰ ਕੀਤਾ, ਮੇਰੀ ਐਲਬਮ ਨੂੰ ਪਿਆਰ ਕੀਤਾ, ਮੈਨੂੰ ਬੜੀ ਖੁਸ਼ੀ ਸੀ। ਮੇਰੀ ਜ਼ਿੰਦਗੀ ਦਾ ਮੈਂ ਅਗਲਾ ਸਟੈਪ ਲੈ ਲਿਆ। ਕੁਲਬੀਰ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਰਿਹਾ ਹੁਣ, ਕਿਹਾ ਜਾ? ਬਹੁਤ ਜ਼ਿਆਦਾ, ਜਿਵੇਂ ਦਾ ਪਹਿਲਾਂ ਸੀ ਉਵੇਂ ਦਾ ਹੀ ਅੱਜ ਆ, ਤੇ ਇਦਾਂ ਦਾ ਹੀ ਬਾਬੇ ਦੀ ਕਿਰਪਾ ਨਾਲ ਰਹੂਗਾ। ਉਹ ਕਾਲਜ ਟਾਈਮ ਤੋਂ ਅਸੀਂ ਮਤਲਬ ਮੈਂ, ਕੁਲਬੀਰ,
ਹਰਪ੍ਰੀਤ ਜਖਵਾਲੀ, ਅਸੀਂ ਮਨਜਿੰਦਰ ਹੋ ਗਿਆ, 3-4 ਜਣੇ ਹੁੰਦੇ ਸੀ ਜਿਹੜੇ ਹੁੰਦੇ ਆ ਜੀ ਕਿਤੇ ਵੀ ਜਾਣਾ ਤਾਂ ਅਸੀਂ ਇਕੱਠੇ ਹੀ ਜਾਣਾ। ਤਾਂ ਉਹ ਸੇਮ ਉੱਦਾਂ ਹੀ ਬਾਉਂਡਿੰਗ ਸਾਡੀ ਹਜੇ ਵੀ ਬਾਬੇ ਦੀ ਕਿਰਪਾ ਨਾਲ ਅਸੀਂ ਯਾਦ ਕਰਦੇ ਹੁੰਦੇ ਹਾਂ। ਮੈਂ ਕਿਹਾ ਕਿ ਜਵਾਕ ਜੰਮ ਕੇ ਉਹਦੀ ਵੋਟ ਬਣ ਜਾਂਦੀ ਹੈ। 19-20 ਸਾਲ ਸਾਡੀ ਆੜੀ ਨੂੰ ਹੋ ਗਏ ਕਾਲਜ ਤੋਂ, ਫਸਟ ਈਅਰ ਤੋਂ ਜੇ ਆਪਾਂ ਗਿਣੀਏ ਤਾਂ ਇਹ ਬਾਬੇ ਦੀ ਕਿਰਪਾ। ਉਹ ਸਬਰ ਬਖਸ਼ੇ, ਸਬਰ ਬਿਨਾਂ ਨਹੀਂ ਨਿਭਦੀਆਂ, ਇੱਕ ਦੂਜੇ ਤੇ ਮਾਣ ਰੱਖਣਾ ਪੈਂਦਾ। ਤੁਸੀਂ ਕਿਹਾ ਸਾਰੇ ਦੋਸਤ ਤੁਹਾਡੇ ਨੇੜੇ ਨੇ, ਕਦੇ ਕਿਸੇ ਦੋਸਤ ਨੇ ਦਾਰੂ ਪੀ ਕੇ ਗਾਲਾਂ ਕੱਢੀਆਂ ਨਹੀਂ ਗਈਆਂ? ਦਾਰੂ ਪੀ ਕੇ ਬੋਲੇ ਦਿੰਦੇ ਵੱਧ ਘੱਟ ਤਾਂ ਫਿਰ ਨਾ, ਤੇ ਪਰ ਮੈਨੂੰ ਇਹ ਰਿਹਾ ਕੁਦਰਤੀ ਉਹ ਲਾ ਲਓ ਮੇਰਾ ਇੰਨਾ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਐ ਨਹੀਂ, ਇਹ ਕਿਸੇ ਨੇ ਨਹੀਂ ਕਿਹਾ, ਇਹ ਕਿਸੇ ਨੇ ਨਹੀਂ ਕਿਹਾ, ਇਹ ਕਿਸੇ ਨੇ ਵੀ ਨਹੀਂ ਕਿਹਾ। ਇਹ ਸੱਚੀ ਮਤਲਬ ਕਿਵੇਂ ਦੀਆਂ ਕੱਢੀਆਂ ਫਿਰ? ਕਿਉਂ ਮਤਲਬ ਕੋਈ ਵੈਸੇ ਨਿੱਕੇ ਰੋਸਿਆਂ 'ਚ? ਜਿਵੇਂ ਨਿੱਕੇ ਰੋਸਿਆਂ ਦੇ ਵਿੱਚ ਜਿਵੇਂ ਇਹ ਹੋ ਗਿਆ ਇੱਕ ਤਾਂ ਵੀ ਤੂੰ ਫੋਨ ਦਾ ਮੇਰੇ ਮੈਸੇਜ ਦਾ ਰਿਪਲਾਈ ਨਹੀਂ ਕੀਤਾ, ਤੂੰ ਮੇਰਾ ਫੋਨ ਨਹੀਂ ਚੱਕਿਆ, ਠੀਕ ਆ, ਜਾਂ ਤੂੰ ਉੱਥੇ ਗਿਆ ਸੀਗਾ, ਤੈਨੂੰ ਕਿਹਾ ਸੀ ਫਲਾਣੇ ਬੰਦੇ ਨੇ ਤੈਨੂੰ ਮਿਲਣ ਆਉਣਾ, ਤੂੰ ਉਹ ਕਹਿੰਦਾ ਮੇਰੇ ਨਾਲ ਤਾਂ ਫੋਟੋ ਨਹੀਂ ਹੋਈ। ਹੁਣ ਸ਼ੋਅ ਦੇ ਉੱਤੇ ਸਮ ਟਾਈਮ ਇਹ ਹੁੰਦਾ, ਰੋਸੇ ਇਹ ਹੁੰਦੇ ਆ ਵੀ ਸ਼ੋਅ ਤੇ ਤੂੰ ਗਿਆ ਸੀ, ਉੱਥੇ ਤਾਂ ਬੰਦੇ ਨੇ ਮਿਲਣਾ ਸੀਗਾ ਵੀ ਉੱਥੇ ਉਹ ਤੋਂ ਮਿਲ ਨਹੀਂ ਹੋਇਆ। ਉਹ ਸਮ ਟਾਈਮ ਸ਼ੋਅ ਤੋਂ ਜਦੋਂ ਨਿਕਲਦੇ ਆ ਉਦੋਂ ਨਹੀਂ ਹੁੰਦਾ। ਮੈਂ ਕਿਹਾ ਵੀਰੇ ਆਹ ਜੋੜੇ ਹੱਥ ਭੇਜਦੀ, ਚਾਹ ਪੀਵਾਂਗੇ ਬੈਠ ਕੇ, ਤੂੰ ਭੇਜਦੀ ਹੈ ਨਾ। ਨਿੱਕੇ ਯਾਰਾਂ ਦੋਸਤਾਂ 'ਚ ਰੋਸੇ ਵੀ ਇੱਦਾਂ ਦੇ ਹੀ ਹੁੰਦੇ, ਨਿੱਕੇ ਹੋਏ। ਮਤਲਬ ਮੇਰਾ ਸ਼ੁਰੂ ਤੋਂ ਕਾਲਜ ਟਾਈਮ ਤੋਂ ਹੀ ਇਹ ਰਿਹਾ, ਮੈਂ ਜ਼ਿਆਦਾ ਖਰੂਦੀ ਨਹੀਂ ਰਿਹਾ। ਤਾਂ ਨਾ ਖਰੂਦੀ ਹੋਣ ਕਰਕੇ ਸ਼ੁਰੂ ਤੋਂ ਸਾਰਿਆਂ ਨੂੰ ਮੇਰਾ ਸੁਭਾਅ ਪਤਾ, ਸਾਰਿਆਂ ਨੂੰ ਉਹ ਚੀਜ਼ਾਂ ਪਤਾ, ਉਹ ਆਲਰੇਡੀ ਉਹਨਾਂ ਨੂੰ ਅੰਡਰਸਟੂਡ ਨੇ ਵੀ ਇਹ ਕਿਹੜੀਆਂ ਗਲਤੀਆਂ ਜਿਹੜੀਆਂ ਉਹ ਨਹੀਂ ਕਰ ਸਕਦਾ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਹ 'ਚ ਹੋ ਸਕਦਾ ਇਹਨੇ ਕਰ ਲਈ ਹੋਵੇ, ਪਰ ਕਿਹੜੀਆਂ ਉਹਨਾਂ ਨੂੰ ਪਤਾ। ਡੈਫੀਨੇਟਲੀ ਤੁਹਾਨੂੰ ਆਪਣੇ ਦੋਸਤਾਂ ਦਾ ਪਤਾ ਹੁੰਦਾ, ਉਹਨਾਂ ਨੂੰ ਪਤਾ ਵੀ ਇਹ ਚੀਜ਼ਾਂ ਇਹ ਕਰ ਹੀ ਨਹੀਂ ਸਕਦਾ। ਜੇ ਤੁਸੀਂ ਕਹਿ ਵੀ ਨਾ ਤਾਂ ਉਹ ਮੰਨ ਨਹੀਂ ਸਕਦੇ। ਪਹਿਲਾ ਇਸ਼ਕ ਸਕੂਲ 'ਚ ਹੋਇਆ ਜਾਂ ਕਾਲਜ 'ਚ ਹੋਇਆ? ਕਾਲਜ ਕਹਿ ਸਕਦੇ ਹਾਂ, ਪਰ ਹੁਣ ਇਹ ਨਹੀਂ ਸਮਝ ਆਉਂਦੀ ਵੀ ਉਹ ਮਤਲਬ ਇੱਕ ਅਟਰੈਕਸ਼ਨ ਹੁੰਦੀ ਹੈ ਨਾ, ਅਟਰੈਕਸ਼ਨ ਜੀ ਹੁੰਦੀ ਆ, ਪਰ ਉਹ ਇਸ਼ਕ ਵਾਲਾ ਤਾਂ ਮਾਹੌਲ ਬਣਿਆ ਹੀ ਨਹੀਂ ਕਦੇ। ਮੈਂ ਤਾਂ ਬਾਕੀਆਂ ਨੂੰ ਵੀ ਰੋਕਣ ਵਾਲਾ ਸੀ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਵੇਂ ਮੈਂ ਖਰੂਦੀ ਨਹੀਂ ਸੀ। ਅਸੀਂ ਤਾਂ ਸਾਡਾ ਤਾਂ ਇਹ ਹੁੰਦਾ ਸੀ, ਅਸੀਂ ਤਾਂ ਅਟਰੈਕਸ਼ਨ ਸੀ। ਹਾਂ, ਅਟਰੈਕਸ਼ਨ ਕਹਿ ਲਓ, ਕੁਝ ਵੀ ਕਹਿ ਲਓ। ਸਾਡਾ ਤਾਂ ਇਹ ਹੋ ਜਾਂਦਾ, ਫਿਰ ਉਹਨੂੰ ਥਿਊਰਾਈਜ਼ ਕਰਨ ਲੱਗ ਜਾਂਦਾ। ਸਾਡੇ ਤੁਸੀਂ ਇਹ ਦੇਖੋ ਜਦੋਂ ਹੋ ਰਿਹਾ ਉਦੋਂ ਵੀ ਥਿਊਰਾਈਜ਼ ਕਰ ਰਹੇ ਸੀ, ਜਿਵੇਂ ਹੁਣ ਥਿਊਰਾਈਜ਼ੇਸ਼ਨ ਕਰ ਰਹੇ ਹੋ ਅਟਰੈਕਸ਼ਨ। ਉਦੋਂ ਕਰਿਆ ਹੀ ਨਹੀਂ ਕੁਝ, ਮਤਲਬ ਉਹ ਚੀਜ਼ ਜਿਵੇਂ ਇੱਕ ਦਿਮਾਗ 'ਚ ਹੁੰਦਾ ਹੈ ਨਾ, ਬਸ ਉਦਾਂ ਹੀ ਉੱਥੇ ਹੀ ਸੋਚਿਆ ਹੀ ਨਹੀਂ ਉਹਦੇ ਬਾਰੇ, ਕਿਉਂਕਿ ਉਦੋਂ ਸਾਡੇ ਪੰਗੇ ਹੀ ਇਹੋ ਜਿਹੇ ਸਟਾਰਟ ਹੋ ਗਏ। ਅਸੀਂ ਇਕੱਠੇ ਹੀ ਇੰਨੇ ਜਾਣੇ ਰਹਿਣ ਲੱਗ ਗਏ, ਲੜਾਈਆਂ ਪੜਾਈਆਂ ਹੋਣ ਲੱਗੀਆਂ ਕਾਲਜ। ਹਾਂਜੀ, ਇਦਾਂ ਦਾ ਕੁਝ ਸਟਾਰਟ ਹੋ ਗਿਆ ਸੀ ਥੋੜਾ ਬਹੁਤ। ਤੇ ਮਤਲਬ ਉਹਦੀ ਉਹ ਇੱਕ ਕਹਿ ਲਓ ਉਹਦੀ ਬ੍ਰੇਕ ਸੀ ਯੂਕੇ। ਅੱਛਾ, ਮਤਲਬ ਇਹ ਬੜਾ ਮਤਲਬ ਇਹ ਬਹੁਤ ਸਾਰੇ ਲੋਕਾਂ ਦੀ ਆਮ ਤੌਰ ਤੇ ਕਾਲਜ ਦੀ ਲਾਈਫ 'ਚ ਚੈਪਟਰ ਹੁੰਦਾ ਕਿ ਬੰਦੇ ਦਾ ਕੋਈ ਬਾਈ ਹੁੰਦਾ, ਉਹ ਬਾਈ ਦੇ ਨੇੜੇ ਹੁੰਦਾ ਹਨਾ, ਫਿਰ ਬਾਈ ਦੇ ਨਾਲ ਜਾਣਾ, ਬਾਈ ਨਾਲ ਲੜਾਈਆਂ ਤੇ ਜਾਣਾ, ਆਮ ਬਹੁਤ ਸਾਰੇ ਕਾਲਜ ਲਾਈਫ, ਯੂਨੀਵਰਸਿਟੀ ਲਾਈਫ 'ਚ। ਤੇ ਕੀ ਸੀ ਇਹ ਚੈਪਟਰ ਤੁਹਾਡੀ ਜ਼ਿੰਦਗੀ ਦਾ? ਸਾਡਾ ਗਰੁੱਪ ਸੁਖਨਾ ਕਾਫੀ ਵੱਡਾ ਸੀ। ਅਸੀਂ ਕਾਲਜ ਟਾਈਮ ਵੀ ਉਦੋਂ ਵੀ ਸਾਰੇ ਅਸੀਂ ਮਤਲਬ ਇਕੱਠੇ ਹੁੰਦੇ ਸੀ। ਸਾਡੇ ਕੋਲ ਅਸੀਂ ਜਾਣੀ 10-12 ਜਾਣੇ ਤਾਂ ਇਹ ਸੀਗੇ ਜਿਹੜੇ ਆਲ ਦਾ ਟਾਈਮ ਇਕੱਠੇ ਹੀ ਆਉਣਾ, ਇਕੱਠੇ ਹੀ ਜਾਣਾ, ਇਕੱਠੇ ਹੀ ਰਹਿਣਾ। ਜਿਹੜਾ ਗਰੁੱਪ ਇਕੱਠਾ, ਉੱਥੇ ਓਬਵੀਅਸਲੀ ਪੋਲੀਟਿਕਸ ਸਟਾਰਟ ਹੁੰਦੀ, ਬਾਹਰਲੀ ਪੋਲੀਟਿਕਸ। ਫਿਰ ਸਾਨੂੰ ਉਹਨਾਂ ਨੂੰ ਇਹ ਹੁੰਦਾ, ਉਹਨਾਂ ਨੂੰ ਇਕੱਠ ਚਾਹੀਦਾ ਹੁੰਦਾ ਪੋਲੀਟੀਕਲ ਬੰਦਿਆਂ ਨੂੰ। ਫਿਰ ਉਹ ਯੂਨੀਅਨ ਉਦੋਂ ਚੱਲ ਪਿਆ। ਮੈਂ ਫਿਰ ਪ੍ਰੈਜ਼ੀਡੈਂਟ ਬਣਿਆ ਕਾਲਜ ਦਾ। ਦੈਨ ਮੇਰੇ ਤੋਂ ਬਾਅਦ ਹਰਪ੍ਰੀਤ ਬਣਿਆ 2-3 ਸਾਲ। ਬਸ ਇਹਦੇ ਵਿੱਚ ਇੰਨਾ ਕਲਜੇ ਰਹੇ, ਇਹਦੇ ਵਿੱਚ ਇੰਨਾ ਕੁ ਫਸ ਗਏ, ਤਾਂ ਫਿਰ ਉੱਥੇ ਇੱਕ ਫੁੱਲ ਸਟਾਪ, ਇੱਕ ਬ੍ਰੇਕ। ਉਹ ਚੀਜ਼ਾਂ ਨੂੰ ਸਮਝਣ ਦੀ ਲੋੜ ਸੀ ਵੀ ਇਹ ਕੀ ਆ, ਅੱਗੇ ਕੀ ਆ, ਵੀ ਅੱਗੇ ਕੁਛ ਨਹੀਂ ਆ, ਨੁਕਸਾਨ ਹੋ ਰਿਹਾ। ਉਹ ਚੀਜ਼ਾਂ ਪਾਪਾ ਨੇ ਸਮਝਾਈਆਂ, ਫਿਰ ਉਹ ਚੀਜ਼ਾਂ ਤੋਂ ਬਾਹਰ ਨਿਕਲੇ। ਤਾਂ ਕਰਕੇ ਉਹ ਜਦੋਂ ਅਸੀਂ ਇਕੱਠੇ ਰਹਿੰਦੇ ਸੀ ਇੱਕ ਨਾ, ਉਦੋਂ ਬਾਈ ਜੀ ਹੁਣ ਜੇ ਆਪਾਂ ਹੁਣ ਦੀ ਗੱਲ ਕਰੀਏ, ਜੇ ਆਪਾਂ ਹੁਣ ਕਹੀਏ ਵੀ ਬੰਦਾ ਕਾਲਜ ਟਾਈਮ ਕਿਸੇ ਵੱਲ ਅਟਰੈਕਟ ਨਹੀਂ ਹੋਊ ਜਾਂ ਪ੍ਰਪੋਜ਼ ਨਹੀਂ ਕਰੂ, ਹੁਣ ਇਹ ਲੱਗਦਾ ਵੀ ਪੋਸੀਬਲ ਨਹੀਂ। ਪਰ ਉਹ ਟਾਈਮ ਇੱਦਾਂ ਦਾ ਸੀ, ਜੇ ਹੁਣ ਜਿਹੜੇ ਟਾਈਮ ਤੁਸੀਂ ਪੜ੍ਹੇ ਹੋ ਤਾਂ ਤੁਹਾਨੂੰ ਪਤਾ ਵੀ ਉਹ ਟਾਈਮ ਇੰਨਾ ਈਜ਼ੀ ਨਹੀਂ ਸੀ ਹੁੰਦਾ ਵੀ ਤੁਸੀਂ ਜਾ ਕੇ ਸਿੱਧਾ ਹੀ ਕੁੜੀ ਨੂੰ ਪੁੱਛ ਲਓ ਜਾਂ ਅਪਰੋਚ ਕਰੋ ਜਾਂ ਇਹ ਚੀਜ਼ਾਂ ਹੋਣ। ਉਦੋਂ ਆਪਣੇ ਦਿਮਾਗ ਹੋਰ ਤਰੀਕੇ ਨਾਲ ਕੰਮ ਕਰਦੇ ਸੀ, ਅੱਜ ਦੀ ਜਨਰੇਸ਼ਨ ਦੇ ਹੋਰ ਤਰੀਕੇ ਨਾਲ ਕਰਦੇ ਆ। ਉਦੋਂ ਸਾਡਾ ਸਰਕਲ, ਸਾਨੂੰ ਤਾਂ ਸਵਾਦ ਆਪਸ ਵਿੱਚ ਹੀ ਉਹ ਇੰਨਾ ਆਉਂਦਾ ਸੀ, ਦਿਮਾਗ ਨਹੀਂ ਸੀ ਜਾਂਦਾ, ਉੱਥੇ ਹੀ ਖੜ ਜਾਂਦੇ ਸੀ। ਤੇ ਮੈਂ ਹੁੰਦਾ ਸੀ, ਹੈ ਨਹੀਂ ਸੀ ਬਾਈ ਜੀ। ਮੇਰੇ ਬਾਹਰ ਗਏ ਤੇ ਔਰਕੁੱਟ ਸ਼ੁਰੂ ਹੋਇਆ। ਤੁਸੀਂ ਇਹ ਦੇਖੋ, ਜਦੋਂ ਮੈਂ ਬਾਹਰ ਸੀ ਮੈਨੂੰ ਯਾਦ ਆ ਉਦੋਂ ਔਰਕੁੱਟ ਆਇਆ ਸੀ। ਇਹ ਤਾਂ ਹੈ ਹੀ ਨਹੀਂ ਸੀ, ਨਾ ਵਟਸਐਪ, ਨਾ ਕੁਛ, ਨਥਿੰਗ, ਕੁਛ ਵੀ ਨਹੀਂ ਸੀ। ਇੰਨਾ ਕੁਛ ਪਾ ਕੇ ਜ਼ਿੰਦਗੀ 'ਚ ਕੁਛ ਮਿਸ ਕਰਦੇ ਹੁੰਦੇ? ਤੁਹਾਨੂੰ ਲੱਗਦਾ ਕੁਛ ਮਿਸ ਹੋ ਗਿਆ ਪਿੱਛੇ? ਮਿਸ ਤਾਂ ਉਹੀ ਕਰਦੇ ਆ ਕਾਲਜ ਲਾਈਫ, ਉਹ ਮਿਸ ਕਰਦੇ ਆ। ਅਸੀਂ ਬਹੁਤ ਵਾਰ ਗੱਲ ਕਰਦੇ ਹੁੰਦੇ ਆ ਵੀ ਯਾਰ ਉਹ ਜਿਹੜੀ ਬੇਪਰਵਾਹੀ, ਉਹ ਚੀਜ਼ਾਂ, ਉਹ ਪੈਸੇ ਇਕੱਠੇ ਕਰਕੇ ਜੋ ਆਨੰਦ ਸੀਗਾ, ਹੁਣ ਜੇਬਾਂ ਭਰੀਆਂ ਨੇ, ਪਰ ਉਹ ਜੇ ਕਹੀਏ ਉਹ ਪਾਰਟ ਉਹ ਹਮੇਸ਼ਾ ਮਿਸ ਕਰਦੇ ਆ। ਉਹ ਮੈਨੂੰ ਲੱਗਦਾ ਹਰੇਕ ਕਰਦਾ, ਕਿਉਂਕਿ ਕਾਲਜ ਲਾਈਫ ਇਹੋ ਜਿਹੀ ਲਾਈਫ ਹੁੰਦੀ ਆ ਜਿਹਦੇ ਵਿੱਚ ਬੰਦਾ ਨੰਗ ਹੋ ਕੇ ਵੀ ਸ਼ਾਹ ਹੁੰਦਾ, ਤੇ ਹੁਣ ਸ਼ਾਹ ਹੋ ਕੇ ਵੀ ਉਹ ਇੱਕ ਨੰਗ ਵਾਲੀ ਫੀਲਿੰਗ ਨਹੀਂ ਲੈ ਸਕਦੇ।
ਜਾਂਦੇ ਹੋ ਕਦੇ ਕਾਲਜ ਜਾਂਦੇ ਹੋਗੇ ਕਦੇ ਗਏ, ਬਿਲਕੁਲ ਬਿਲਕੁਲ ਜਾਂਦੇ ਰਹਿੰਦੇ ਹੋਗੇ ਜਾਂਦੇ। ਮੈਂ ਤਾਂ ਹੁਣ ਵੀ ਸਾਡਾ ਪਲਾਨ ਆ ਥੋੜੇ ਦਿਨਾਂ ਤੱਕ ਵੀ ਵੈਸੇ ਹੀ ਜਾਵਾਂਗੇ। ਕੋਈ ਮੂਵੀ ਦੀ ਪ੍ਰਮੋਸ਼ਨ ਨਹੀਂ, ਕੋਈ ਵਿਜ਼ਿਟ ਨਹੀਂ, ਉੱਦਾਂ ਵੈਸੇ ਹੀ। ਮੈਂ ਵੈਸੇ ਵੀ ਉੱਥੇ ਹੁਣ ਵੀ ਰੀਸੈਂਟਲੀ ਸੀ 3-4 ਮਹੀਨੇ ਪਹਿਲਾਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਮਿਲਿਆ, ਉੱਥੇ ਸਟੂਡੈਂਟਸ ਨੂੰ, ਉੱਥੇ ਮੈਂ ਵੈਸੇ ਹੀ ਮਿਲਣ ਜਾਂਦਾ। ਉਹ ਮੇਰਾ ਮਤਲਬ ਆਪਣਾ ਉੱਥੇ ਮੈਂ ਜਿਹੜੇ ਸਟੂਡੈਂਟਸ ਵੀ ਨੇ ਉਹਨਾਂ ਨੂੰ ਵੀ, ਇੱਕ ਹੁਣ ਪਿੱਛੇ ਜਿਹੇ ਇੱਕ ਸੀਗਾ ਸੈਮੀਨਾਰ ਸੀਗਾ, ਉਹ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਤੁਸੀਂ ਆਓ ਇੱਥੇ ਜ਼ਰੂਰ, ਸਟੂਡੈਂਟ ਹੋਣੇ ਆ, ਵੀ ਤੁਸੀਂ ਉਹਨਾਂ ਨੂੰ ਮਿਲੋ, ਉਹਨਾਂ ਨੂੰ ਥੋੜ੍ਹਾ ਮੋਟੀਵੇਟ ਕਰੋ, ਗੱਲਾਂ ਦੱਸੋ ਕਾਲਜ ਦੀਆਂ ਜਾਂ ਹੋਰ। ਮੈਂ ਕਿਹਾ ਸਰ ਆ ਗਏ। ਨਹੀਂ ਤਾਂ ਕਿਤੇ ਵੀ ਹੁੰਦਾ, ਤੁਹਾਨੂੰ ਪਤਾ ਹਰੇਕ ਜਗ੍ਹਾ ਜਾਣ ਦੀ ਆਪਾਂ ਨੂੰ, ਜਦੋਂ ਇੱਕ ਮੁਕਾਮ ਤੇ ਹੁੰਦੇ ਆ ਆਪਾਂ ਨੂੰ ਉਹਦੀ ਇੱਕ ਫੀਸ ਆ, ਇੱਕ ਰਿਸਪੈਕਟ ਆ, ਇੱਕ ਚੀਜ਼ਾਂ। ਉੱਥੇ ਕੁਛ ਨਹੀਂ ਲਾਗੂ ਹੁੰਦਾ। ਉੱਥੇ ਉਹਨਾਂ ਨੂੰ ਇਹੀ ਕਹੀਦਾ ਵੀ ਸਰ ਆ ਗਏ, ਬਸ ਉਹ ਉਵੇਂ ਹੀ ਆ। ਕਦੇ ਸ਼ੂਟ ਕੀਤਾ ਕੁਝ, ਕੋਈ ਗਾਣਾ ਸ਼ੂਟ ਕੀਤਾ ਆਪਦੇ ਕਾਲਜ ਨਹੀਂ, 'ਚ? ਉੱਥੇ ਕੀਤਾ ਨਹੀਂ ਕਿਉਂਕਿ ਸਾਡਾ ਕਾਲਜ ਕਾਲਜ ਆਇਆ ਨਹੀਂ ਆ ਦਿਮਾਗ 'ਚ ਕੀ ਯਾਰ ਸ਼ੂਟ ਨਹੀਂ ਕਰੀਏ? ਆਇਆ ਬਿਲਕੁਲ। ਅਸੀਂ ਤਾਂ ਜਿਹੜਾ ਸਾਡਾ ਫਸਟ ਟਰੈਕ ਸੀ ਨਾ ਕਾਲਜ ਦੀ, ਫੇਰ ਯਾਦ ਆਈ, ਉਹ ਵੀ ਅਸੀਂ ਆਪਣੇ ਕਾਲਜ 'ਚ ਹੀ ਕਰਨਾ ਚਾਹੁੰਦੇ ਸੀ, ਉਦੋਂ ਨਹੀਂ, ਪਰ ਨਹੀਂ ਹੁਣ ਵੀ ਪੋਸੀਬਲ ਨਹੀਂ, ਬਿਕੋਜ਼ ਉਹ ਨਾ SGPC ਦਾ ਕਾਲਜ ਆ ਸਾਡਾ। ਅੱਛਾ ਅੱਛਾ। ਤੇ ਜਿਹੜੇ ਸਿੱਖਿਆ ਦੇ ਅਦਾਰੇ ਹੈਗੇ ਨੇ SGPC ਦੇ ਅੰਡਰ ਨੇ, ਜਿਹੜੇ ਧਾਰਮਿਕ ਉਹਨਾਂ ਦੇ ਅੰਡਰ ਨੇ, ਉੱਥੇ ਨਾ ਕੋਈ ਧਾਰਮਿਕ ਗਾਣਾ ਸ਼ੂਟ ਹੋ ਸਕਦਾ ਹੈ? ਧਾਰਮਿਕ ਜ਼ਰੂਰ ਕਰ ਸਕਦੇ ਆ। ਇਹ ਤੁਹਾਡਾ ਆਈਡੀਆ ਦਿੱਤਾ ਮੈਂ ਬਿਲਕੁਲ, ਧਾਰਮਿਕ ਜ਼ਰੂਰ ਕਰੂੰਗਾ, ਮੇਰੀ ਆਪਣੀ ਬਹੁਤ ਇੱਛਾ। ਤੇ ਫਿਰ ਉਹ ਚੀਜ਼ ਦੇ ਵਿੱਚ ਅਸੀਂ ਵੀ ਉੱਥੋਂ ਹੀ ਨਿਕਲੇ ਹੋਏ ਆ ਨਾ, ਸਾਨੂੰ ਪਤਾ ਮਰਿਆਦਾ ਪਤਾ, ਤਾਂ ਅਸੀਂ ਉਹ ਮਰਿਆਦਾ ਨੂੰ ਅਸੀਂ ਵੀ ਨਹੀਂ ਟੱਪਣਾ ਚਾਹੁੰਦੇ। ਧਾਰਮਿਕ ਵਾਲਾ ਜ਼ਰੂਰ ਕਰਾਂਗੇ। ਕੰਪੀਟੀਸ਼ਨ ਤੁਹਾਨੂੰ ਕਿਵੇਂ ਲੱਗਦਾ ਗਾ? ਕਹਿੰਦੇ ਆ ਨਾ ਜਿਹੜਾ ਮੁਕਾਬਲਾ, ਹੁਣ ਤੇ ਨਵੇਂ ਕਨਸੈਪਟ ਆ ਗਏ ਦੁਨੀਆ ਤੇ, ਕਿ ਬੱਚਿਆਂ ਨੂੰ ਜਦੋਂ ਕਲਾਸ 'ਚ ਇਹ ਕਹਿੰਦਾ ਤੂੰ ਨੰਬਰ 1 ਆ, ਤੂੰ 3 ਆ, ਤੂੰ 4 ਆ, ਤੂੰ 5 ਆ, ਇਹ ਵੀ ਇੱਕ ਭੇਦਭਾਵ ਆਗਾ ਤੁਹਾਡੀ ਇੰਡਸਟਰੀ 'ਚ। ਤੁਹਾਡੀ ਇੰਡਸਟਰੀ 'ਚ ਤਾਂ ਬਹੁਤ ਕੰਪੀਟੀਸ਼ਨ ਆ, ਕਿਵੇਂ ਲੱਗਦਾ ਬਰਾਬਰ? ਕਿਸੇ ਨੂੰ ਕਦੀ ਈਰਖਾ ਹੁੰਦੀ ਹੈ ਕਿਸੇ ਨੂੰ ਦੇਖ ਕੇ? ਇਹ ਮੈਨੂੰ ਲੱਗਦਾ ਕੰਪੀਟੀਸ਼ਨ ਨਾ ਕਦੇ ਵੀ ਤੁਹਾਡੇ ਮੰਨਣ ਤੇ ਹੁੰਦਾ। ਜਿੱਦਣ ਤੁਸੀਂ ਸੋਚ ਲਿਆ ਵੀ ਤੁਹਾਡਾ ਕਿਸੇ ਨਾਲ ਕੰਪੀਟੀਸ਼ਨ ਆ, ਤਾਂ ਤੁਸੀਂ ਉਸ ਦਿਨ ਆਪਣੇ ਆਪ ਨੂੰ ਮੰਨ ਲਿਆ ਵੀ ਮੈਂ ਰੇਸ 'ਚ ਆ। ਜੇ ਤੁਸੀਂ ਸੋਚਿਆ ਹੀ ਨਹੀਂ ਤੁਹਾਡਾ ਕੰਪੀਟੀਸ਼ਨ ਆ, ਤੁਹਾਡੀ ਇੱਕ ਟਰੈਕ ਆ। ਤੁਸੀਂ ਇਹ ਮੰਨਦੇ ਹੋ ਤੁਹਾਡਾ ਕਿਸੇ ਨਾਲ ਕੰਪੀਟੀਸ਼ਨ? ਤੁਸੀਂ ਆਪਣੀ ਤਰ੍ਹਾਂ ਦੇ ਹੋ? ਮੈਂ ਸਾਰਿਆਂ ਨਾਲੋਂ ਛੋਟਾ, ਮੈਂ ਤਾਂ ਇਹ ਕਹਿਣਾ। ਪਰ ਮੈਂ ਜੋ ਮੈਂ ਕਰਨਾ ਉਹ ਮੈਂ ਆਪਣਾ ਕਰ ਰਿਹਾ, ਮੈਨੂੰ ਇੰਨਾ ਪਤਾ। ਮੈਂ ਕਿਸੇ ਨਾਲੋਂ ਵੱਡਾ ਨਹੀਂ, ਮੈਂ ਸਭ ਨਾਲੋਂ ਛੋਟਾ ਹੋਊਂਗਾ। ਮੈਂ ਜੋ ਕਰਨਾ ਮੈਨੂੰ ਇਹ ਪਤਾ ਵੀ ਮੈਂ ਕੀ ਕਰਨਾ, ਤੇ ਮੈਂ ਉਹਦੇ ਵਿੱਚ ਨਹੀਂ ਡੋਲਣਾ ਚਾਹੁੰਦਾ। ਉਹ ਮੈਨੂੰ ਪਤਾ ਵੀ ਮੈਂ ਪਿਛਲੇ ਸਾਲ ਨਾਲੋਂ ਬਿਹਤਰ ਕੀਤਾ। ਮੈਂ ਆਹ ਗਲਵੱਕੜੀ ਲੈ ਕੇ ਆਊਂਗਾ, ਮੂਵੀ ਲੈ ਕੇ ਆਊਂਗਾ, ਤਾਂ ਮੈਂ ਪਿਛਲੇ ਸਾਲ ਨਾਲੋਂ ਵਧੀਆ ਕਰਨ ਦੀ ਕੋਸ਼ਿਸ਼ ਕਰੂੰਗਾ। ਤੁਸੀਂ ਆਪਣੇ ਆਪ ਤੇ ਵਰਕ ਕਰੋ, ਤੇ ਤੁਹਾਡਾ ਜਿਹੜਾ ਪਹਿਲੇ ਦਿਨ ਤੋਂ ਜੋ ਤੁਹਾਡੇ ਸਟੈਂਡਰਡਸ ਨੇ ਉਹ ਤੁਹਾਡੇ ਹਿੱਲਣੇ ਨਹੀਂ ਚਾਹੀਦੇ। ਉਹਨਾਂ ਦੇ ਲਈ ਤੁਹਾਨੂੰ ਬੜਾ ਹਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਉਹ ਨਹੀਂ ਹਿੱਲਣੇ ਚਾਹੀਦੇ। ਫਿਰ ਤੁਹਾਡੀ ਲਾਈਫ, ਤੁਸੀਂ 10 ਸਾਲ 20 ਸਾਲ ਜੇ ਤੁਹਾਡੀ ਜ਼ਿੰਦਗੀ ਜਿੰਨੀ ਹੈਗੀ ਆ, ਉਹ ਤੋਂ ਬਾਅਦ ਜਾ ਕੇ ਵੀ ਸਵਾਦ ਨਾਲ ਮੁੱਛ ਖੜੀ ਕਰਕੇ ਚਾਹ ਪੀ ਸਕਦੇ ਹੋ ਵੀ ਯਾਰ ਆਪਣੇ ਢੰਗ ਨਾਲ ਜਿਉਣੀ ਆ, ਆਪਣੇ ਸਵਾਦ ਨਾਲ ਜਿਉਣੀ ਆ, ਤੇ ਆਪਣੇ ਤਰੀਕੇ ਨਾਲ ਜਿਉਣੀ। ਤੁਹਾਡਾ ਆਈਕਨ ਮਤਲਬ ਕੋਈ ਹੁੰਦਾ ਨਾ ਬੰਦਾ ਜ਼ਿੰਦਗੀ 'ਚ ਹੋਵੇ, ਫਿਲਮਾਂ 'ਚ ਹੋਵੇ, ਲਿਟਰੇਚਰ 'ਚ ਹੋਵੇ, ਕਲਚਰ ਜ਼ਿੰਦਗੀ ਦੇ ਵਿੱਚ ਮੈਂ ਹੁਣ ਮਤਲਬ ਉਹੀ ਜੇ ਮੈਂ ਤੁਹਾਨੂੰ ਕਹਾਂ ਹਿਸਟਰੀ ਵਾਲੀ ਗੱਲ, ਮੈਨੂੰ ਊਧਮ ਸਿੰਘ ਪੂਰਾ ਘੈਂਟ ਲੱਗਦੇ। ਮਤਲਬ ਆਪਾਂ ਕਹੀਏ ਵੀ ਪੂਰਾ ਘੈਂਟ ਬੰਦਾ ਯਾਰ, ਹੈ ਨਾ। ਕਿੰਨੀ ਸਟਰਗਲ ਕੀਤੀ। ਮੈਂ ਹੁਣ ਗਾਣੇ 'ਚ ਵੀ ਕਿੰਗ ਪਿੰਨ 'ਚ ਪਾਇਆ ਸੀ ਵੀ ਊਧਮ ਸਿੰਘ ਦੇ ਫੱਟ ਲੱਗਦੇ ਨਹੀਂ ਤੋਪੇ, ਵੀ ਉਹ ਬਹੁਤ ਮੋਟੀਵੇਸ਼ਨ ਮਿਲਦੀ ਆ ਕਿੱਦਾਂ ਕੀ ਕੀਤਾ। ਮੂਵੀ ਉਸ ਤੋਂ ਬਾਅਦ ਆਈ ਆ ਊਧਮ ਸਿੰਘ ਵਾਲੀ, ਹੈ ਨਾ। ਤੇ ਮੇਰਾ ਆਪਣਾ ਇੱਕ ਹੈਗਾ, ਮੈਂ ਚਾਹੁੰਦਾ ਵੀ ਆ ਵੀ ਇੱਦਾਂ ਦੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ। ਹੁਣ ਜਦੋਂ ਉਹ ਮੂਵੀ ਆਈ ਤਾਂ ਮੈਂ ਉਹ ਮੂਵੀ ਵੀ ਸਭ ਤੋਂ ਪਹਿਲਾ ਦਿਨ ਹੋਣਾ ਜਦੋਂ ਮੈਂ ਉਹ ਸ਼ੇਅਰ ਕੀਤੀ। ਤੇ ਕੋਈ ਵੀ ਚੀਜ਼ ਹੋਵੇ, ਹਿਸਟੋਰੀਕਲ ਹੋਵੇ, ਉਹ ਹੋਵੇ, ਤੇ ਮੇਰੇ ਆਈਕਨ ਤਾਂ ਉਹੀ ਨੇ ਸੂਰਮੇ, ਚਾਹੇ ਉਹ ਕਿਤੇ ਦਾ ਵੀ ਆ, ਚਾਹੇ ਸ਼ੇਗੁਆਰਾ, ਉਹ ਵੀ ਆਈਕਨ। ਜਿਹੜੇ ਬੰਦੇ ਨੇ ਕੁਛ ਦਿੱਤਾ ਸੋਸਾਇਟੀ ਨੂੰ, ਜਿਹੜੇ ਬੰਦਾ ਆਪਣੇ ਲਈ ਖੜਿਆ। ਹਾਂ ਓਬਵੀਅਸਲੀ ਉਹ ਬੰਦਾ ਨਹੀਂ ਹੈਗਾ ਜਿਹਨੇ ਸੋਸਾਇਟੀ ਦਾ ਨੁਕਸਾਨ ਕੀਤਾ, ਉਹ ਨਹੀਂ ਹੈਗਾ। ਜਿਹਨੇ ਦਿੱਤਾ ਕੁਛ ਆਪਣੀ ਕਮਿਊਨਿਟੀ ਨੂੰ ਦਿੱਤਾ, ਇੱਕ ਸੂਰਮੇ ਦੇ ਨਾਤੇ ਦਿੱਤਾ, ਉਹ ਵਧੀਆ। ਧੰਨਵਾਦ ਬਾਈ ਜੀ ਇੰਨੀਆਂ ਗੱਲਾਂ ਕਰਨ ਲਈ। ਥੈਂਕ ਯੂ ਬਾਈ ਜੀ, ਥੈਂਕ ਯੂ ਤੁਹਾਡਾ, ਥੈਂਕ ਯੂ। ਤਾਂ ਇਹ ਸਨ ਤਰਸੇਮ ਜੱਸੜ, ਜਿਨ੍ਹਾਂ ਨਾਲ ਅਸੀਂ ਜ਼ਿੰਦਗੀ ਦੀਆਂ ਗੱਲਾਂ ਕੀਤੀਆਂ, ਸਮਾਜ ਦੀਆਂ ਗੱਲਾਂ ਕੀਤੀਆਂ। ਔਰ ਜੇ ਮੈਂ ਕਹਿ ਰਿਹਾ ਸੀ ਇਹ ਬੰਦਾ ਕੀ ਹੁੰਦਾ, ਬਹੁਤ ਸਾਰੀਆਂ ਪਰਤਾਂ ਹੁੰਦੀਆਂ ਨੇ, ਬਹੁਤ ਸਾਰੀਆਂ ਆਇਡੈਂਟੀਟੀਆਂ ਹੁੰਦੀਆਂ ਨੇ। ਬੰਦਾ ਬਹੁਤ ਸਾਰੀ ਇਲੂਜ਼ਨ 'ਚ ਵੀ ਜਿਉਂਦਾ, ਭਰਮ 'ਚ ਵੀ ਜਿਉਂਦਾ ਜ਼ਿੰਦਗੀ ਪਰ ਬੰਦਾ ਆਪਣੇ ਆਪ ਨੂੰ ਵੀ ਫਰੋਲਦਾ ਰਹਿੰਦਾ ਹੈ, ਅਤੇ ਦੁਨੀਆ ਨੂੰ ਵੀ ਫਰੋਲਦਾ ਰਹਿੰਦਾ ਹੈ।